ਦੇਖੋ ਜਿਹੜੇ ਵੀ ਆਪਣੇ ਮੇਜਰ ਜੁਆਇੰਟਸ ਨੇ ਜਿਵੇਂ ਕਿ ਚੂਲੇ ਦਾ ਜੋੜ ਹੋ ਗਿਆ ਜਾਂ ਗੋਡੇ ਦਾ ਜੋੜ ਹੋ ਗਿਆ, ਇਹ ਆਪਣੇ ਬੋਡੀ ਦੇ ਦੋ ਸਭ ਤੋਂ ਵੱਡੇ ਜੁਆਇੰਟਸ ਨੇ। ਜਿਵੇਂ ਆਪਾਂ ਗੱਡੀ ਚਲਾਈਏ ਤਾਂ ਉਹਦੇ ਟਾਇਰ ਘਸਦੇ ਨੇ, ਸੇਮ ਉਸੇ ਤਰੀਕੇ ਹੀ ਜਿਵੇਂ ਚੂਲੇ ਦਾ ਜੋੜ ਹੈਗਾ, ਗੋਡੇ ਦਾ ਜੋੜ ਹੈ, ਅੰਦਰੋਂ ਘਸਣਾ ਸ਼ੁਰੂ ਹੋ ਜਾਂਦਾ। ਸਰਜਰੀ ਨਾਮ ਸੁਣ ਕੇ ਇੱਕ ਬਹੁਤ ਵੱਡੀ ਗੱਲ ਲੱਗਦੀ ਆ, ਤਾਂ ਕਿਸ ਤਰ੍ਹਾਂ ਦੀ ਹੋਏਗੀ ਇਹ ਸਰਜਰੀ? ਤਾਂ ਇਸ ਲਈ ਕਿ ਅਸੀਂ ਇਹਨੂੰ ਇੱਕ ਜਾਦੂ ਤੋਂ ਘੱਟ ਨਹੀਂ ਮੰਨਾਂਗੇ ਕਿ ਸਰਜਰੀ ਤੋਂ ਬਾਅਦ ਪੇਸ਼ੈਂਟ ਇੰਨੀ ਫਾਸਟ ਰਿਕਵਰੀ ਕਰਨ ਲੱਗ ਗਿਆ ਹੈਗਾ। ਜਿਹੜਾ ਤਾਂ ਸੀਮੈਂਟਡ ਇੰਪਲਾਂਟ ਹੈਗਾ ਉਹਦੇ ਵਿੱਚ ਜਿਹੜਾ ਉੱਪਰਲਾ ਕੱਪ ਹੈਗਾ ਉਹ ਪਲਾਸਟਿਕ ਦਾ ਕੱਪ ਹੈਗਾ ਇਸ ਤਰੀਕੇ ਦਾ। ਉਸ ਦੇ ਵਿੱਚ ਇਸ ਤਰੀਕੇ ਦੀ ਇੱਕ ਬਾਲ ਫਿੱਟ ਹੁੰਦੀ ਹੈ ਤੇ ਥੱਲੇ ਜਿਹੜਾ ਆਪਾਂ ਸਟੈਮ ਪਾ ਰਹੇ ਹੈਗੇ ਆ ਉਹ ਇੱਕ ਸਮੂਥ ਸਟੈਮ ਹੈਗੀ ਹੈ ਜਿਹੜੀ ਕਿ ਸੀਮੈਂਟ ਦੇ ਨਾਲ ਬੋਨ ਦੇ ਵਿੱਚ ਫਿਕਸ ਹੁੰਦੀ ਹੈ ਤੇ ਇਸ ਤਰੀਕੇ ਨਾਲ ਇੰਪਲਾਂਟ ਆਪਣਾ ਚੱਲ ਪੈਂਦਾ ਹੈ। ਤਾਂ ਇਸ ਲਈ ਗੋਡੇ ਦੇ ਵਿੱਚ ਵੀ 1-1 ਡਿਗਰੀ ਦੀ ਅਲਾਈਨਮੈਂਟ ਪਰਫੈਕਟ ਆਉਣਾ ਬਹੁਤ ਇੰਪੋਰਟੈਂਟ ਹੈ। ਤੇ ਜੇ ਆਪਾਂ ਨੈਚੁਰਲ ਆਈ ਦੇ ਨਾਲ ਕਰ ਰਹੇ ਹੈਗੇ ਆ ਤਾਂ ਓਬਵੀਅਸਲੀ ਆਪਾਂ 1-1 ਡਿਗਰੀ ਨਹੀਂ ਦੇਖ ਸਕਦੇ। ਕੰਪਿਊਟਰ ਆਪਾਂ ਨੂੰ ਉਸ ਜਿਹੜੀ ਲਾਸਟ 1-1 ਡਿਗਰੀ ਤੱਕ ਉਸ ਨੂੰ ਪਰਫੈਕਸ਼ਨ ਦੀ ਅਲਾਈਨਮੈਂਟ ਲਿਆਉਣ ਦੇ ਵਿੱਚ ਹੈਲਪ ਕਰਦਾ ਹੈ। ਤਾਂ ਬਹੁਤ ਸਾਰੇ ਖਰਚ ਹੋ ਜਾਂਦੇ ਨੇ, ਤਾਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਜੈਨੂਇਨ ਖਰਚਾ ਹੋਣਾ ਚਾਹੀਦਾ ਹੈ? ਦੇਖੋ ਖਰਚਾ ਮੋਸਟਲੀ ਕੀ ਹੁੰਦਾ ਹੈ ਕਿ ਸਾਰੇ ਕਹਿੰਦੇ ਨੇ ਕਿ ਹਾਂਜੀ ਆਪਾਂ ਇੰਪੋਰਟਡ ਜੋੜ ਪਵਾ ਲਿਆ ਬਟ ਸਸਤੇ 'ਚ ਪਵਾ ਲਿਆ, ਬਟ ਪ੍ਰੋਬਲਮ ਕੀ ਹੈ ਕਿ ਜੇ ਉਸੇ ਇੰਪੋਰਟਡ ਜੋੜ ਨੂੰ ਆਪਾਂ ਸਹੀ ਤਰੀਕੇ ਨਾਲ ਨਹੀਂ ਪਾਇਆ ਜਾਂ ਉਹਨੂੰ ਆਪਾਂ ਪ੍ਰੋਪਰ ਬੈਲੈਂਸ ਨਹੀਂ ਕੀਤਾ ਤਾਂ ਉਹੀ ਜੋੜ ਸਾਲ ਦੇ ਵਿੱਚ ਢਿੱਲਾ ਹੋ ਸਕਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਸਿਮਰਨ ਧਾਲੀਵਾਲ। ਹੈਲਥ ਟਾਕ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਤੁਹਾਡੀਆਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅੱਜ ਅਸੀਂ ਨਾਗਪਾਲ ਹਸਪਤਾਲ ਬਠਿੰਡਾ ਦੇ ਵਿਖੇ ਹਾਂ, ਜਿੱਥੇ ਕਿ ਪਰਮਪ੍ਰੀਤ ਸਿੰਘ ਜੋੜਾਂ ਦੇ ਮਾਹਿਰ ਡਾਕਟਰ ਸਾਡੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲ ਕਰਾਂਗੇ ਤੇ ਜਾਣਾਂਗੇ ਜੋੜਾਂ ਦੇ ਨਾਲ ਜੁੜੀਆਂ ਕੁਝ ਸਮੱਸਿਆਵਾਂ ਬਾਰੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਸਾਰੇ ਹਮਦਰਦ ਟੀਵੀ ਦੇ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਜੀ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਦੇ ਲਈ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਕਿਹੜੇ ਰੋਗਾਂ ਦੇ ਇਲਾਜ ਤੁਸੀਂ ਹਸਪਤਾਲ ਦੇ ਵਿੱਚ ਕਰਦੇ ਹੋ, ਉਹਦੇ ਬਾਰੇ ਜ਼ਰੂਰ ਦੱਸੋ। ਨਾਗਪਾਲ ਹਸਪੀਟਲ ਪਿਛਲੇ 38 ਸਾਲ ਤੋਂ ਮਾਲਵੇ ਦੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ। ਨਾਗਪਾਲ ਸੁਪਰ ਸਪੈਸ਼ਲਿਟੀ ਹਸਪੀਟਲ ਦੇ ਵਿੱਚ ਮੇਨਲੀ 4 ਸੁਪਰ ਸਪੈਸ਼ਲਿਟੀਜ਼ ਨੇ, ਜਿਸ ਦੇ ਵਿੱਚ ਕਿ ਮੈਂ ਆਰਥੋਪੈਡਿਕਸ ਤੇ ਜੁਆਇੰਟ ਰਿਪਲੇਸਮੈਂਟਸ ਦੇ ਯੂਨਿਟ ਨੂੰ ਹੈਡ ਕਰ ਰਿਹਾ ਹਾਂ। ਇਸ ਤੋਂ ਇਲਾਵਾ ਇੱਥੇ ਜਨਰਲ ਸਰਜਰੀ, ਜਨਰਲ ਮੈਡੀਸਿਨ, ਗਾਇਨੇਕੋਲੋਜੀ, IVF ਅਤੇ ਕੋਸਮੈਟੋਲੋਜੀ ਦੀ ਸੁਵਿਧਾਵਾਂ ਵੀ ਦਿੱਤੀਆਂ ਜਾਂਦੀਆਂ ਨੇ। ਜੀ ਡਾਕਟਰ ਸਾਹਿਬ, ਅੱਜ ਦਾ ਜਿਹੜਾ ਟੌਪਿਕ ਹੈ ਅਸੀਂ ਉਹ ਲਿਆ ਹੈ ਕਿ ਚੂਲੇ ਦਾ ਦਰਦ ਤੇ ਨਾਲ ਹੀ ਜਿਹੜੇ ਨੀ ਪੇਨ ਨੂੰ ਕਹਿੰਦੇ ਜੇ ਗੋਡੇ ਦਾ ਦਰਦ, ਇਹ ਬਹੁਤ ਕਾਮਨ ਦੇਖਣ ਨੂੰ ਮਿਲ ਰਿਹਾ ਹੈ। ਤੇ ਅੱਜ ਆਪਾਂ ਹਿਪ ਪੇਨ ਤੇ ਗੱਲ ਕਰਾਂਗੇ, ਕਿਉਂਕਿ ਅਕਸਰ ਜਿਹੜੇ ਬਜ਼ੁਰਗ ਨੇ ਜਾਂ ਫਿਰ ਕੁਝ ਏਜ ਤੱਕ ਹਿਪ ਪੇਨ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਸਿਟਿੰਗ ਜੌਬਸ ਨੂੰ ਲੈ ਕੇ, ਜਾਂ ਬਜ਼ੁਰਗਾਂ ਦੇ ਵਿੱਚ ਵੀ ਹਿਪ ਪੇਨ ਨੂੰ ਦੇਖਿਆ ਜਾ ਰਿਹਾ ਹੈ। ਮੈਂ ਕਾਰਨ ਜਾਣਨਾ ਚਾਹੂੰਗੀ। ਦੇਖੋ ਜਿਹੜੇ ਵੀ ਆਪਣੇ ਮੇਜਰ ਜੁਆਇੰਟਸ ਨੇ ਜਿਵੇਂ ਕਿ ਚੂਲੇ ਦਾ ਜੋੜ ਹੋ ਗਿਆ ਜਾਂ ਗੋਡੇ ਦਾ ਜੋੜ ਹੋ ਗਿਆ, ਇਹ ਆਪਣੇ ਬੋਡੀ ਦੇ ਦੋ ਸਭ ਤੋਂ ਵੱਡੇ ਜੁਆਇੰਟਸ ਨੇ। ਤੇ ਜਿਵੇਂ ਆਪਣਾ ਟਾਈਮ ਕਹਿ ਲਓ ਡੇਲੀ ਦਾ ਇਹਨਾਂ ਦੇ ਵਿੱਚ ਇਹਨਾਂ 'ਤੇ ਜ਼ੋਰ ਪੈਂਦਾ ਹੈਗਾ, ਬੋਡੀ ਦਾ ਵੇਟ ਇਹਨਾਂ ਨੂੰ ਝੱਲਣਾ ਪੈਂਦਾ ਹੈ, ਤਾਂ ਵਿਦ ਟਾਈਮ ਏਜ ਸਾਰੇ ਜੋੜ ਅੰਦਰੋਂ ਦੀ ਘਸਣੇ ਸ਼ੁਰੂ ਹੋ ਜਾਂਦੇ ਨੇ। ਜਿਵੇਂ ਆਪਾਂ ਗੱਡੀ ਚਲਾਈਏ ਤਾਂ ਉਹਦੇ ਟਾਇਰ ਘਸਦੇ ਨੇ, ਸੇਮ ਉਸੇ ਤਰੀਕੇ ਹੀ ਜਿਵੇਂ ਚੂਲੇ ਦਾ ਜੋੜ ਹੈਗਾ, ਗੋਡੇ ਦਾ ਜੋੜ ਹੈ, ਅੰਦਰੋਂ ਘਸਣਾ ਸ਼ੁਰੂ ਹੋ ਜਾਂਦਾ। ਤਾਂ ਸਭ ਤੋਂ ਕਾਮਨ ਫੈਕਟਰ ਹੈਗਾ ਵਿਦ ਏਜ ਆਰਥਰਾਈਟਿਸ ਆ ਜਾਂਦਾ ਹੈਗਾ, ਵਿੱਚ ਉਹਦੀ ਗਰੀਸ ਖਤਮ ਹੋ ਜਾਂਦੀ ਹੈ, ਜਿਹਨੂੰ ਆਪਾਂ ਨਰਮ ਪਰਤ ਹੁੰਦੀ ਹੈ, ਕਾਰਟਿਲੇਜ ਖਤਮ ਹੁੰਦੀ ਹੈ, ਗੈਪ ਖਤਮ ਹੋ ਜਾਂਦਾ। ਕਈ ਭਾਸ਼ਾਵਾਂ ਦੇ ਵਿੱਚ ਲੋਕ ਇਹਨੂੰ ਡਿਸਕ੍ਰਾਈਬ ਕਰਦੇ ਨੇ। ਤਾਂ ਆਰਥਰਾਈਟਿਸ ਸਭ ਤੋਂ ਕਾਮਨ ਹੈ ਜਿਹੜਾ ਵਿਦ ਏਜ ਅੰਦਰੋਂ ਦੀ ਆਪਣਾ ਜੋੜ ਘਸਣ ਲੱਗ ਜਾਂਦਾ ਹੈਗਾ। ਇਹਦੇ ਨਾਲ ਯੰਗਸਟਰਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਚੂਲੇ ਦਾ ਦਰਦ ਅੱਜ ਕੱਲ੍ਹ ਹੋਣ ਲੱਗ ਗਿਆ, ਬਿਕੋਜ਼ ਜਿਹੜਾ ਚੂਲੇ ਦੀ ਬੋਲ ਹੈਗੀ ਹੈ, ਗੋਲੀਆ ਹੈਗਾ, ਉਹਦਾ ਖੂਨ ਦਾ ਸੰਚਾਰ ਕਿਸੇ ਕਾਰਨਾਂ ਨਾਲ ਖਤਮ ਹੋ ਜਾਂਦਾ ਹੈ। ਜਿਵੇਂ ਕਿ ਕੋਈ ਸੱਟ ਲੱਗਣ ਨਾਲ ਵੀ ਖਤਮ ਹੋ ਸਕਦਾ ਹੈ, ਕੋਈ ਜ਼ਿਆਦਾ ਡਰਿੰਕ ਕਰਦਾ ਉਹਦੇ ਨਾਲ ਹੋ ਸਕਦਾ ਹੈ, ਕੋਈ ਨਸ਼ੇ ਆਪਾਂ ਕਰਦੇ ਹਾਂ, ਕੋਈ ਸਟੀਰੋਇਡ ਯੂਜੇਜ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਜੋੜਾਂ ਦੇ ਵਿੱਚ ਜਿਹੜਾ ਚੂਲੇ ਦੇ ਜੋੜ ਦੇ ਬੋਲ ਦਾ ਖੂਨ ਸੰਚਾਰ ਖਤਮ ਹੁੰਦਾ, ਜਿਹਨੂੰ ਅਸੀਂ ਏਵੈਸਕੂਲਰ ਨਿਕਰੋਸਿਸ ਕਹਿੰਦੇ ਹਾਂ। ਅਤੇ ਇਹ ਜਦੋਂ ਖਤਮ ਹੁੰਦਾ ਉਹਦੀ ਪਰਤ ਖਰਾਬ ਹੁੰਦੀ ਹੈ ਤਾਂ ਫਿਰ ਚੂਲੇ ਦਾ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਕੋਈ ਗਠੀਏ ਦਾ ਜੋੜ, ਗਠੀਏ ਦੀ ਬਿਮਾਰੀ ਕਰਕੇ ਵੀ ਇਹਨਾਂ ਜੋੜਾਂ ਦੇ ਵਿੱਚ ਦਰਦ ਕਾਫੀ ਕਾਮਨ ਹੈਗੇ ਨੇ। ਜੀ ਕਿਸ ਤਰੀਕੇ ਦੇ ਨਾਲ ਇਹਨੂੰ ਟਰੀਟ ਕੀਤਾ ਜਾ ਸਕਦਾ ਹੈ? ਕਿਉਂਕਿ ਜਿਹੜੀ ਪੇਨ ਹੈ ਸਮਟਾਈਮਸ ਇੱਦਾਂ ਹੁੰਦਾ ਹੈ ਕਿ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਕਿ ਉਹ ਸਹਿਨ ਨਹੀਂ ਹੁੰਦੀ। ਬਿਲਕੁਲ, ਦੇਖੋ ਸਾਡਾ ਬਿਲਕੁਲ ਜਿਹੜਾ ਟਰੀਟਮੈਂਟ ਦਾ ਫਾਰਮੂਲਾ ਇਹ ਰਹਿੰਦਾ ਕਿ ਇਨੀਸ਼ੀਅਲੀ ਪੇਸ਼ੈਂਟ ਨੂੰ ਅਸੈਸ ਕੀਤਾ ਜਾਏ। ਜੇ ਹਜੇ ਸਟਾਰਟਿੰਗ ਫੇਜ਼ ਆਫ ਦਾ ਡਿਜ਼ੀਜ਼ ਹੈ ਫਿਰ ਉਹਨੂੰ ਕਿਸੇ ਤਰੀਕੇ ਮੈਡੀਸਿਨਸ, ਐਕਸਰਸਾਈਜ਼, ਫਿਜ਼ੀਓਥੈਰੇਪੀ,
ਇਹਨਾਂ ਸਪੋਰਟਿਵ ਟਰੀਟਮੈਂਟਸ ਦੇ ਨਾਲ, ਜਿਵੇਂ ਆਪਣਾ ਆਮ ਆਪਾਂ ਟਕੋਰ ਕਰ ਦਿੰਦੇ ਹੈਗੇ ਆ, ਫਿਜ਼ੀਓਥੈਰੇਪੀ ਨਾਲ ਐਕਸਰਸਾਈਜ਼ ਸਿਖਾ ਦਿੰਦੇ ਆ, ਉਹਨਾਂ ਚੀਜ਼ਾਂ ਦੇ ਨਾਲ ਸਾਡਾ ਹੁੰਦਾ ਹੈ ਕਿ ਜਿੰਨਾ ਸਰਜਰੀ ਨੂੰ ਡਿਲੇ ਕੀਤਾ ਜਾਏ, ਪੋਸਟਪੋਨ ਕੀਤਾ ਜਾਏ, ਦੈਟ ਇਜ਼ ਦਾ ਲਾਸਟ ਰਿਜ਼ੋਰਟ ਕਿ ਆਪਾਂ ਨੂੰ ਸਰਜਰੀ ਸੋਚੀਏ। ਤਾਂ ਇਹਨਾਂ ਇਨੀਸ਼ੀਅਲ ਸਟੇਜ ਦੇ ਵਿੱਚ ਜੇ ਪੇਸ਼ੈਂਟ ਸਾਡੇ ਕੋਲ ਪ੍ਰੈਜ਼ੈਂਟ ਕਰੇ ਤਾਂ ਅਸੀਂ ਮੈਡੀਸਿਨਸ ਦੇ ਨਾਲ ਜਾਂ ਫਿਜ਼ੀਓਥੈਰੇਪੀ, ਡਾਇਟ ਮੋਡੀਫਿਕੇਸ਼ਨਸ ਨਾਲ, ਵੇਟ ਰਿਡਕਸ਼ਨ ਦੇ ਨਾਲ, ਇਹਨਾਂ ਚੀਜ਼ਾਂ ਦੇ ਨਾਲ ਪੇਸ਼ੈਂਟ ਨੂੰ ਅਸੀਂ ਕੁਝ ਟਾਈਮ ਪਾਸ ਕਰਵਾ ਸਕਦੇ ਹਾਂ। ਇਨ ਦਾ ਐਂਡ ਜੇ ਉਹਨਾਂ ਨੂੰ ਇੰਨੀ ਕੁ ਦਿੱਕਤ ਆ ਜਾਏ ਕਿ ਉਹਨਾਂ ਨੂੰ ਡੇਲੀ ਪੇਨ ਕਿਲਰ ਲੈਣੀ ਪੈ ਰਹੀ ਹੈ ਜਾਂ ਉਹਨਾਂ ਦੇ ਡੇਲੀ ਲਾਈਫ ਦੀਆਂ ਐਕਟੀਵਿਟੀਜ਼ ਰਿਸਟ੍ਰਿਕਟ ਹੋ ਰਹੀਆਂ, ਉਦੋਂ ਸਾਨੂੰ ਫਿਰ ਸਰਜਰੀ ਲਾਸਟ ਰਿਜ਼ੋਰਟ ਤੇ ਉਹਨਾਂ ਨੂੰ ਸੁਜੈਸਟ ਕਰਨੀ ਪੈਂਦੀ ਹੈ। ਜੀ ਤੁਸੀਂ ਕਿਹਾ ਸਰਜਰੀ, ਕਿਸ ਤਰ੍ਹਾਂ ਦੀ ਸਰਜਰੀ ਹੋ ਸਕਦੀ ਹੈ ਇਹ? ਕਿਉਂਕਿ ਸਰਜਰੀ ਨਾਮ ਸੁਣ ਕੇ ਇੱਕ ਬਹੁਤ ਵੱਡੀ ਗੱਲ ਲੱਗਦੀ ਆ, ਤਾਂ ਕਿਸ ਤਰ੍ਹਾਂ ਦੀ ਹੋਏਗੀ ਇਹ ਸਰਜਰੀ? ਦੇਖੋ, ਚੂਲੇ ਦੇ ਵਿੱਚ ਸਭ ਤੋਂ ਜਿਹੜੀ ਸਕਸੈਸਫੁਲ ਸਰਜਰੀ ਹੈਗੀ ਆ ਉਹਨੂੰ ਅਸੀਂ ਕਹਿੰਦੇ ਆ ਹਿਪ ਰਿਪਲੇਸਮੈਂਟ। ਪੂਰੀ ਜਿਹੜੀ 1900 ਤੋਂ ਲੈ ਕੇ 2000 ਦੀ ਜਿਹੜੀ ਇੱਕ ਪੂਰੀ 100 ਈਅਰਸ ਸੀਗੇ, ਉਹਦੇ ਵਿੱਚ ਜਿਹੜੀ ਹਿਪ ਰਿਪਲੇਸਮੈਂਟ ਤੇ ਨੀ ਰਿਪਲੇਸਮੈਂਟ ਨੂੰ ਵਰਲਡਸ ਮੋਸਟ ਸਕਸੈਸਫੁਲ ਸਰਜਰੀ ਦਾ ਖਿਤਾਬ ਇਸੇ ਲਈ ਹੀ ਮਿਲਿਆ ਹੈ, ਬਿਕੋਜ਼ ਇਹ ਇੱਕ ਲਾਈਫ ਚੇਂਜਿੰਗ ਸਰਜਰੀਜ਼ ਨੇ। ਜਿਹੜਾ ਪੇਸ਼ੈਂਟ ਪਹਿਲੇ ਚੱਲ ਨਹੀਂ ਰਿਹਾ ਜਾਂ ਜਿਹਨੂੰ ਚੱਲਣ 'ਚ ਇੰਨੀ ਦਿੱਕਤ ਹੋ ਰਹੀ ਹੈ, ਉਹ ਸਡਨਲੀ ਆਪਰੇਸ਼ਨ ਤੋਂ ਬਾਅਦ ਮੈਜਿਕ ਦੇ ਨਾਲ ਅਗਲੇ ਦਿਨ ਚੱਲਣਾ ਫਿਰਨਾ ਸ਼ੁਰੂ ਕਰ ਦਿੰਦਾ ਹੈ। ਐਂਡ 2000 ਤੋਂ ਬਾਅਦ ਇਹਨਾਂ ਸਰਜਰੀਜ਼ ਦੇ ਵਿੱਚ ਇੰਨੀ ਕੁ ਹੋਰ ਐਡਵਾਂਸਮੈਂਟ ਆਈ ਹੈ ਕਿ ਇੰਪਲਾਂਟਸ ਬੈਟਰ ਹੋ ਗਏ, ਰਿਕਵਰੀ ਟੈਕਨੀਕਸ ਬੈਟਰ ਹੋ ਗਈਆਂ, ਪੇਨ ਮੈਨੇਜਮੈਂਟ ਟੈਕਨੀਕ ਇੰਨੀ ਅੱਛੀ ਹੋ ਗਈ ਕਿ ਹੁਣ ਪੇਸ਼ੈਂਟ ਆਪਰੇਸ਼ਨ ਤੋਂ ਅਗਲੇ ਦਿਨ ਖੜਾ ਹੋ ਜਾਂਦਾ ਹੈ, ਦਰਦ ਤੋਂ ਬਿਨਾਂ ਤੁਰਨਾ ਫਿਰਨਾ ਸ਼ੁਰੂ ਕਰ ਦਿੰਦਾ ਹੈ। ਤਾਂ ਇਸ ਲਈ ਕਿ ਅਸੀਂ ਇਹਨੂੰ ਇੱਕ ਜਾਦੂ ਤੋਂ ਘੱਟ ਨਹੀਂ ਮੰਨਾਂਗੇ ਕਿ ਸਰਜਰੀ ਤੋਂ ਬਾਅਦ ਪੇਸ਼ੈਂਟ ਇੰਨੀ ਫਾਸਟ ਰਿਕਵਰੀ ਕਰਨ ਲੱਗ ਗਿਆ ਹੈਗਾ। ਜੀ ਤੁਸੀਂ ਕਿਹਾ ਜਾਦੂ, ਇੱਕ ਮੈਜਿਕ, ਤਾਂ ਇਹ ਜਿਹੜੀ ਇੰਪਲਾਇਮੈਂਟ ਹੋਏਗੀ, ਜਿਹੜੀ ਇਹ ਟਰਾਂਸਫੋਰਮੇਸ਼ਨ ਕਰੋਗੇ ਤੁਸੀਂ, ਤੇ ਇਸ ਦੀ ਲਾਈਫ ਹੋਏਗੀ ਕੁਝ? ਕਿਉਂਕਿ ਇੱਕਦਮ ਆਪਾਂ ਕਹਿੰਦੇ ਕਿ ਸਰਜਰੀ ਚਲੋ ਕਰਵਾ ਵੀ ਲੈਂਦੇ ਆ, ਹਨਾ, ਪਰ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਰਹਿੰਦਾ ਹੈ ਕਿ ਅਸੀਂ ਅੱਜ ਕਰਵਾਇਆ, ਕੱਲ ਪਤਾ ਨਹੀਂ ਚੱਲੇ ਨਾ ਚੱਲੇ, ਤਾਂ ਲਾਈਫ ਜ਼ਰੂਰ ਦੱਸੋ। ਦੇਖੋ, ਓਵਰ ਟਾਈਮ ਜਦੋਂ ਇੰਪਲਾਂਟਸ ਇੰਪਰੂਵ ਕਰ ਰਹੇ ਨੇ, ਇਨੀਸ਼ੀਅਲੀ ਜੋ 90s ਦੇ ਵਿੱਚ ਹੁੰਦਾ ਸੀ ਤਾਂ ਆਪਾਂ ਕਹਿੰਦੇ ਸੀ 5 ਸਾਲ 10 ਸਾਲ ਦੀ ਜੋੜ ਦੀ ਲਾਈਫ ਹੈ, ਬਟ ਜਿਹੜੇ ਹੁਣ ਜੋੜ ਅਵੇਲੇਬਲ ਨੇ ਆਪਣੇ ਕੋਲ, ਉਹ ਅਪ ਟੂ 30-35 ਈਅਰਸ ਦੀ ਲਾਈਫ ਵੀ ਦੇ ਰਹੇ ਹੈਗੇ ਨੇ। ਤਾਂ ਜਿਹੜੇ ਯੰਗਸਟਰਸ ਨੇ ਅਪ ਟੂ, ਕਈ ਵਾਰ ਸਾਨੂੰ 30-35 ਸਾਲ ਦੇ ਮਰੀਜ਼ਾਂ ਦਾ ਵੀ ਆਪਰੇਟ ਕਰਨਾ ਪੈ ਜਾਂਦਾ ਹੈ, 80-90 ਸਾਲ ਤੱਕ ਦੇ ਮਰੀਜ਼ ਦਾ ਵੀ ਅਸੀਂ ਆਪਰੇਟ ਕਰ ਸਕਦੇ ਹਾਂ। ਤਾਂ ਏਜ ਇਜ਼ ਨਾਟ ਅ ਲਿਮਿਟਿੰਗ ਫੈਕਟਰ ਨਾਓ। ਮੈਨੂੰ ਇਹ ਯਾਦ ਹੈ ਜਦੋਂ ਅਸੀਂ ਸ਼ੁਰੂ ਕੀਤੀ ਸੀ 2000 ਦੇ ਵਿੱਚ ਪ੍ਰੈਕਟਿਸ, ਉਦੋਂ ਕਹਿੰਦੇ ਸੀ ਕਿ ਹਜੇ ਉਮਰ ਤੁਹਾਡੀ ਘੱਟ ਹੈ, ਹਜੇ ਤੁਸੀਂ ਵੇਟ ਕਰੋ, ਬਟ ਜਦੋਂ ਪੇਸ਼ੈਂਟ ਨੂੰ ਦਿੱਕਤ ਹੈ, ਉਹ ਤੁਰ ਨਹੀਂ ਪਾ ਰਿਹਾ ਹੈਗਾ, ਤਾਂ ਵੇਟ ਕਰਨੀ ਵਾਜਿਬ ਨਹੀਂ ਹੈਗੀ ਹੈ। ਤਾਂ ਹੁਣ ਆਪਣੇ ਕੋਲ ਲੇਟੈਸਟ ਇੰਪਲਾਂਟਸ ਹੈਗੇ ਨੇ ਜਿਨ੍ਹਾਂ ਦੇ ਨਾਲ ਕਹਿ ਲਓ ਸੈਰਾਮਿਕ ਇੰਪਲਾਂਟਸ ਹੋ ਗਏ, ਆਕਸੀਨੀਅਮ ਇੰਪਲਾਂਟਸ ਹੋ ਗਏ। ਇਹਨਾਂ ਇੰਪਲਾਂਟਸ ਦੇ ਨਾਲ ਪੇਸ਼ੈਂਟ ਲੰਬਾ ਉਮਰ ਤੱਕ, ਜਿਵੇਂ ਕਿ 30-35 ਸਾਲ ਤੱਕ ਵੀ ਉਹਨਾਂ ਜੋੜਾਂ ਦੇ ਨਾਲ ਚੱਲ ਸਕਦਾ ਹੈ। ਤਾਂ ਯੰਗਸਟਰਸ ਨੇ ਜਿਹੜੇ, ਉਹਨਾਂ ਨੂੰ ਵੀ ਹੁਣ ਦਿਲ ਛੱਡਣ ਦੀ ਲੋੜ ਨਹੀਂ। ਜੇ ਕਿਸੇ ਨੂੰ 30-35 ਸਾਲ 'ਤੇ ਕੋਈ ਪ੍ਰੋਬਲਮ ਆ ਗਈ ਹੈ ਤਾਂ ਅਸੀਂ ਉਹਨੂੰ ਵੀ ਟਰੀਟ ਕਰ ਸਕਦੇ ਹੈਗੇ ਇਹਨਾਂ ਦੇ ਨਾਲ। ਜ਼ਰੂਰ ਇੱਥੇ ਮੈਂ ਪੁੱਛਣਾ ਚਾਹੂੰਗੀ ਡਾਕਟਰ ਸਾਹਿਬ ਕਿ ਚਲੋ ਜਦੋਂ ਆਪਾਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਤਾਂ ਇੱਕ ਉਮਰ ਦਾ ਤਕਾਜ਼ਾ ਆਪਾਂ ਕਹਿ ਦਿੰਦੇ ਹਾਂ ਕਿ ਉਮਰ ਹੋ ਗਈ ਹੈ ਇਸ ਕਰਕੇ, ਪਰ ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ ਕਿ ਨੌਜਵਾਨਾਂ ਦੇ ਵਿੱਚ ਅਜਿਹੀਆਂ ਪ੍ਰੋਬਲਮਸ ਕਿਉਂ ਆ ਰਹੀਆਂ ਨੇ? ਦੇਖੋ, ਆਪਾਂ ਪਹਿਲੇ ਵੀ ਡਿਸਕਸ ਕੀਤਾ, ਡਾਇਟ ਦਾ ਬਹੁਤ ਫਰਕ ਪੈ ਗਿਆ ਹੈਗਾ, ਫਾਸਟ ਫੂਡ ਕਾਫੀ ਕਾਮਨ ਹੈ, ਡਰਿੰਕਸ, ਨਸ਼ੇ, ਓਬੇਸਿਟੀ, ਇਹ 3 ਮੇਨ ਕਾਰਨ ਅਸੀਂ ਕਹਿੰਦੇ ਹੈਗੇ ਆ ਕਿ ਇਹਨਾਂ ਕਰਕੇ ਕਹਿ ਲਓ ਜੁਆਇੰਟਸ ਜ਼ਿਆਦਾ ਖਰਾਬ ਹੋ ਰਹੇ ਨੇ। ਬਾਕੀ ਜਿਵੇਂ ਖਿਡਾਰੀ ਨੇ, ਉਹਨਾਂ ਨੂੰ ਸੱਟਾਂ ਲੱਗਦੀਆਂ, ਉਹਨਾਂ ਦੇ ਵਿੱਚ ਵੀ ਜੁਆਇੰਟਸ ਪ੍ਰੋਬਲਮ ਆ ਸਕਦੀ ਹੈ। ਤਾਂ ਵੇਰੀਡ ਕਾਰਨ ਨੇ, ਕਈਆਂ ਨੂੰ ਕੋਈ ਐਸਥਮਾ ਦੀ ਬਿਮਾਰੀ, ਉਹਨਾਂ ਨੂੰ ਸਟੀਰੋਇਡਸ ਲੈਣੇ ਪੈ ਰਹੇ ਨੇ, ਮੈਡੀਕਲ ਰੀਜ਼ਨਸ ਤੋਂ ਵੀ ਲੈਣੇ ਪੈ ਸਕਦੇ ਨੇ। ਤਾਂ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਕਿਸੇ ਨੂੰ ਮਿਰਗੀ ਦੀ ਦਵਾਈ ਲੈਣੀ ਪੈ ਰਹੀ ਹੈ। ਇਹ ਸਾਰੀਆਂ ਦਵਾਈਆਂ ਕੁਛ ਨਾ ਕੋਈ ਸਾਈਡ ਇਫੈਕਟਸ ਕਰਦੀਆਂ ਅਤੇ ਉਹਦੇ ਕਰਕੇ ਜੁਆਇੰਟਸ ਦੀ ਪ੍ਰੋਬਲਮ ਆ ਰਹੀ ਹੈਗੀ। ਪਰ ਇੱਕ ਮੋਟਾਪਾ ਇੱਕ ਇਹੋ ਜਿਹਾ ਫੈਕਟਰ ਹੈਗਾ ਜਿਹਨੂੰ ਅਸੀਂ ਮੋਡੀਫਾਈ ਕਰ ਸਕਦੇ ਹਾਂ। ਤਾਂ ਅਰਲੀ ਏਜ, ਜਿਵੇਂ ਕਈ ਪੇਸ਼ੈਂਟਸ ਦੇ ਬੱਚੇ ਸਾਡੇ ਕੋਲ ਆਉਂਦੇ ਨੇ ਕਿ ਜੀ ਅਸੀਂ ਕਿਵੇਂ ਪ੍ਰੀਵੈਂਟ ਕਰੀਏ ਕਿ ਸਾਨੂੰ ਆਪਣੇ ਪੇਰੈਂਟਸ ਵਾਂਗੂ ਖਰਾਬੀ ਨਾ ਆਏ। ਤਾਂ ਪ੍ਰੋਪਰ ਡਾਈਟ ਰੱਖੋ, ਪ੍ਰੋਪਰ ਐਕਸਰਸਾਈਜ਼ ਕਰੋ, ਵਜ਼ਨ ਇੱਕ ਮਾਤਰਾ ਤੋਂ ਉੱਪਰ ਨਾ ਵਧਣ ਦਈਏ, ਤਾਂ ਆਪਾਂ ਉਹਨਾਂ ਜੁਆਇੰਟ ਪ੍ਰੋਬਲਮਸ ਨੂੰ ਅਵੋਇਡ ਕਰ ਸਕਦੇ ਹੈਗੇ। ਆਪਾਂ ਹਿਪ ਰਿਪਲੇਸਮੈਂਟ ਦੀ ਗੱਲ ਕਰ ਰਹੇ ਹਾਂ, ਤਾਂ ਤੁਸੀਂ ਕਿਹਾ ਕਿ ਨੌਜਵਾਨਾਂ ਦੇ ਵਿੱਚ ਵੀ ਹੋ ਸਕਦਾ ਹੈ ਅਤੇ ਬਜ਼ੁਰਗਾਂ ਦੇ ਵਿੱਚ ਤਾਂ ਹੁੰਦਾ ਹੀ ਹੈ। ਕਿੰਨਾ ਕੁ ਡਿਫਰੈਂਸ ਹੁੰਦਾ ਇਹਨਾਂ ਦੋਨਾਂ ਦੇ ਵਿੱਚ? ਜੀ, ਬਹੁਤ ਅੱਛਾ ਸਵਾਲ ਹੈ। ਦੇਖੋ, ਜਿਹੜਾ ਇੰਪਲਾਂਟਸ ਦੇ ਵਿੱਚ ਕਾਫੀ ਵੈਰਾਈਟੀ ਹੈਗੀ ਹੈ। ਜਿਹੜਾ ਅਸੀਂ ਨੌਜਵਾਨਾਂ 'ਚ ਇੰਪਲਾਂਟ ਯੂਜ਼ ਕਰਦੇ ਹਾਂ, ਉਹ ਮੋਸਟਲੀ ਇੱਕ ਅਨਸੀਮੈਂਟਡ ਇੰਪਲਾਂਟ ਹੈਗਾ, ਜਿਹੜਾ ਕਿ ਇੱਕ ਅੱਛੀ ਕੁਆਲਿਟੀ ਦੀ ਹੱਡੀ ਚਾਹੀਦੀ ਹੈ ਉਹਨੂੰ ਸਪੋਰਟ ਕਰਨ ਲਈ। ਅਤੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ 'ਚ ਹੱਡੀ ਕਮਜ਼ੋਰ ਹੁੰਦੀ ਹੈ, ਉਹਨਾਂ 'ਚ ਇੱਕ ਸੀਮੈਂਟਡ ਇੰਪਲਾਂਟ ਪੈ ਸਕਦਾ ਹੈ, ਜਿਹੜਾ ਕਿ ਹੱਡੀ ਦੇ ਵਿੱਚ ਸੀਮੈਂਟ ਦੇ ਥਰੂ ਫਿਕਸ ਹੁੰਦਾ ਅਤੇ ਅੱਛੀ ਪਕੜ ਬਣਾਉਂਦਾ ਹੈ। ਇਸ ਟਾਈਮ 'ਤੇ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਦੋਨਾਂ ਦੇ ਵਿੱਚ ਇੰਪਲਾਂਟ ਦੇ ਵਿੱਚ ਕੀ ਫ਼ਰਕ ਹੈਗਾ।
ਜਿਹੜਾ ਤਾਂ ਸੀਮੈਂਟਡ ਇੰਪਲਾਂਟ ਹੈਗਾ ਉਹਦੇ ਵਿੱਚ ਜਿਹੜਾ ਉੱਪਰਲਾ ਕੱਪ ਹੈਗਾ ਉਹ ਪਲਾਸਟਿਕ ਦਾ ਕੱਪ ਹੈਗਾ ਇਸ ਤਰੀਕੇ ਦਾ। ਉਸ ਦੇ ਵਿੱਚ ਇਸ ਤਰੀਕੇ ਦੀ ਇੱਕ ਬਾਲ ਫਿੱਟ ਹੁੰਦੀ ਹੈ ਤੇ ਥੱਲੇ ਜਿਹੜਾ ਆਪਾਂ ਸਟੈਮ ਪਾ ਰਹੇ ਹੈਗੇ ਆ ਉਹ ਇੱਕ ਸਮੂਥ ਸਟੈਮ ਹੈਗੀ ਹੈ ਜਿਹੜੀ ਕਿ ਸੀਮੈਂਟ ਦੇ ਨਾਲ ਬੋਨ ਦੇ ਵਿੱਚ ਫਿਕਸ ਹੁੰਦੀ ਹੈ ਤੇ ਇਸ ਤਰੀਕੇ ਨਾਲ ਇੰਪਲਾਂਟ ਆਪਣਾ ਚੱਲ ਪੈਂਦਾ ਹੈਗਾ। ਤੇ ਜਿਹੜਾ ਅਨਸੀਮੈਂਟਡ ਹੈਗਾ ਉਹ ਇੱਕ ਕਾਫੀ ਲੇਟੈਸਟ ਟੈਕਨੋਲੋਜੀ ਹੈਗੀ ਹੈ ਜਿਸ ਦੇ ਵਿੱਚ ਕਿ ਜੇ ਆਪਾਂ ਦੇਖੀਏ ਧਿਆਨ ਨਾਲ ਤਾਂ ਇੱਕ ਕੋਟਡ ਸਰਫੇਸ ਹੈਗੀ ਹੈ ਜਿਹੜੀ ਕਿ ਜਦੋਂ ਬੋਨ ਦੇ ਵਿੱਚ ਆਪਣੀ ਜਾਂਦੀ ਹੈਗੀ ਹੈ ਤਾਂ ਉਹ ਇਹਦੇ ਵਿੱਚ ਬੋਨ ਗਰੋ ਕਰ ਜਾਂਦੀ ਹੈਗੀ ਤੇ ਇੱਕ ਤਰ੍ਹਾਂ ਦਾ ਲਾਈਫ ਲੌਂਗ ਇਹ ਇੱਕ ਬੋਨ ਦਾ ਪਾਰਟ ਬਣ ਜਾਂਦਾ ਹੈਗਾ। ਇਹਦੇ ਨਾਲ ਜਿਹੜਾ ਫਾਇਦਾ ਹੈਗਾ ਕਿ ਜਿਹੜੇ ਅਨਸੀਮੈਂਟਡ ਦੇ ਵਿੱਚ ਉੱਪਰ ਕੱਪ ਵੀ ਹੈਗਾ ਉਹ ਵੀ ਮੈਟਲ ਦਾ ਹੋ ਰਿਹਾ ਜਿਹਦਾ ਕਿ ਸੇਮ ਸਰਫੇਸ ਹੈ ਐਂਡ ਇਹਦੇ ਵਿੱਚ ਆਪਾਂ ਬਾਲਸ ਜਿਹੜੀਆਂ ਆਪਾਂ ਵੱਡੀਆਂ ਵੀ ਪਾ ਸਕਦੇ ਹੈਗੇ 32 ਜਾਂ 36 ਸਾਈਜ਼ ਦੀ ਵੱਡੀ ਬਾਲ ਪਾ ਸਕਦੇ ਹਾਂ। ਤਾਂ ਅਨਸੀਮੈਂਟਡ ਵਾਲੇ ਜੋੜ ਦੇ ਵਿੱਚ ਪੇਸ਼ੈਂਟ ਪੈਰਾਂ ਭਾਰ ਬੈਠ ਸਕਦੇ ਨੇ, ਚੌਂਕੜੀ ਵੀ ਮਾਰ ਸਕਦੇ ਹੈਗੇ ਨੇ, ਆਪਣਾ ਸਾਈਕਲਿੰਗ ਕਰ ਸਕਦੇ ਨੇ, ਮਾਈਨਰ ਸਪੋਰਟਸ ਜਿਵੇਂ ਗੋਲਫ ਹੋ ਗਿਆ ਜਾਂ ਬੈਡਮਿੰਟਨ ਹੋ ਗਿਆ ਉਹ ਵੀ ਕਰ ਸਕਦੇ ਹਾਂ, ਜਿਵੇਂ ਨਾਨ ਕੰਟੈਕਟ ਸਪੋਰਟਸ ਜਿਵੇਂ ਫੁੱਟਬਾਲ ਹੋ ਗਿਆ, ਰਗਬੀ ਹੋ ਗਿਆ ਉਹ ਤਾਂ ਨਹੀਂ ਖੇਡ ਸਕਦੇ ਕਹਿ ਸਕਦੇ ਹੋ ਕਿ ਨੈਚੁਰਲ ਦੇ ਵਰਗਾ ਹੋ ਹਾਂ ਜਾਏਗਾ। ਨੈਚੁਰਲ ਦੇ ਵਰਗਾ ਹੋ ਜਾਂਦਾ ਐਂਡ ਸਾਰੀਆਂ ਐਕਟੀਵਿਟੀਜ਼ ਜਿਵੇਂ ਲੋਕ ਆਪਣੇ ਖੇਤੀ ਫੇਰ ਕਰਨ ਲੱਗ ਜਾਂਦੇ ਹੈਗੇ ਨੇ, ਕੋਈ ਮਕੈਨਿਕ ਹੈ ਤਾਂ ਆਪਣੀ ਉਹ ਕਰ ਰਿਹਾ, ਕਾਰਪੈਂਟਰ ਹੈ ਤਾਂ ਉਹ ਸਾਰੇ ਆਪਣੇ ਕੰਮ ਕਰਨ ਲੱਗ ਜਾਂਦੇ ਨੇ। ਤਾਂ ਜਿਵੇਂ ਆਪਾਂ ਕਹੀਏ ਤਾਂ ਇਹ ਵਾਲਾ ਚੂਲੇ ਦਾ ਜੋੜ ਹੈਗਾ ਜਿਸ ਦੇ ਵਿੱਚ ਕਿ ਜਿਵੇਂ ਜਿਹੜੀ ਆਪਣਾ ਚੂਲੇ ਦਾ ਬੋਲ ਆਪਾਂ ਕੱਢ ਦਿੰਦੇ ਹੈਗੇ ਆ ਕਾਪੇ ਦੇ ਵਿੱਚ ਜਾ ਕੇ ਚੂਲੇ ਦੇ ਵਿੱਚ ਇੱਥੇ ਫਿੱਟ ਹੋ ਜਾਂਦਾ ਹੈਗਾ। ਇਹ ਵਾਲੀ ਸਟੈਮ ਜਿਹੜੀ ਹੈਗੀ ਇਹਦੇ ਵਿੱਚ ਚਲੀ ਜਾਂਦੀ ਹੈ ਤੇ ਇਸ ਤਰੀਕੇ ਨਾਲ ਜੋੜ ਦੁਬਾਰਾ ਤੋਂ ਚੱਲਣ ਲੱਗ ਪੈਂਦਾ ਹੈਗਾ। ਤਾਂ ਇਹਦੇ ਵਿੱਚ ਉਹੀ ਹੈ ਬਜ਼ੁਰਗਾਂ ਦੇ ਵਿੱਚ ਤੇ ਜਿਹੜੇ ਯੰਗਸਟਰ 'ਚ ਅਸੀਂ ਇੰਪਲਾਂਟ ਯੂਜ਼ ਕਰਦੇ ਹਾਂ ਸੀਮੈਂਟਡ ਵਰਸਸ ਅਨਸੀਮੈਂਟਡ ਹੋ ਜਾਂਦੇ ਨੇ। ਅਨਸੀਮੈਂਟਡ ਜੁਆਇੰਟਸ ਦੇ ਵਿੱਚ ਸੈਰਾਮਿਕ ਵਾਲੀ ਬਾਲਸ ਵੀ ਯੂਜ਼ ਹੋ ਜਾਂਦੀਆਂ ਨੇ ਜਿਵੇਂ ਆਪਾਂ ਇਹ ਦੇਖ ਰਹੇ ਹਾਂ ਇਹ ਹੈਗੀ ਨਾਰਮਲ ਕੋਬਾਲਟ ਕ੍ਰੋਮੀਅਮ ਦੀ ਬਾਲ ਤੇ ਸੈਰਾਮਿਕ ਦੀ ਬਾਲ। ਜਿਹੜਾ ਸੈਰਾਮਿਕ ਹੈਗਾ ਇਟ ਇਜ਼ ਕਾਈਂਡ ਆਫ ਅ ਸਕ੍ਰੈਚ ਪ੍ਰੂਫ, ਇਹਦੇ ਸਕ੍ਰੈਚ ਨਹੀਂ ਪੈਂਦਾ, ਇਹਦੀ ਲਾਈਫ 30 ਤੋਂ 35 ਸਾਲ ਦੀ ਹੋ ਜਾਂਦੀ ਹੈ ਜਦੋਂ ਅਸੀਂ ਸੈਰਾਮਿਕ ਵਾਲੀਆਂ ਹਿਪਸ ਯੂਜ਼ ਕਰਦੇ ਹੈਗੇ। ਤਾਂ ਉਹੀ ਹੈ ਯੰਗਸਟਰਸ ਨੂੰ ਹੁਣ ਵੇਟ ਕਰਨ ਦੀ ਲੋੜ ਨਹੀਂ, ਜੇ ਦਿੱਕਤ ਜ਼ਿਆਦਾ ਹੈਗੀ ਹੈ ਤਾਂ ਆਪਾਂ ਪਹਿਲੇ ਕਰ ਸਕਦੇ ਹਾਂ, ਜੇ ਕੁਝ ਟਾਈਮ ਟੱਪਦਾ ਹੈ ਤਾਂ ਜ਼ਰੂਰ ਟਪਾਉਣਾ ਚਾਹੀਦਾ ਬਿਕੋਜ਼ ਨੈਚੁਰਲ ਚੀਜ਼ ਦੀ ਕੋਈ ਰੀਸ ਨਹੀਂ ਹੈਗੀ। ਬਹੁਤ ਅੱਛੀ ਜਿਹੜੀ ਇਨਫੋਰਮੇਸ਼ਨ ਤੁਸੀਂ ਦਿੱਤੀ ਹੈ, ਬਹੁਤ ਐਡਵਾਂਸ ਹੋ ਗਿਆ ਹੈ ਸਭ ਕੁਝ। ਤੇ ਹੁਣ ਆਪਾਂ ਨੀ ਪੇਨ ਤੇ ਗੱਲ ਜ਼ਰੂਰ ਕਰਾਂਗੇ ਕਿਉਂਕਿ ਨੀ ਪੇਨ ਵੀ ਕਾਫੀ ਦੇਖਣ ਨੂੰ ਮਿਲਦੀ ਹੈ ਬਜ਼ੁਰਗਾਂ ਦੇ ਵਿੱਚ ਵੀ ਤੇ ਨੌਜਵਾਨਾਂ ਦੇ ਵਿੱਚ ਵੀ। ਤਾਂ ਨੀ ਪੇਨ ਬਾਰੇ ਥੋੜੀ ਜਿਹੀ ਜਾਣਕਾਰੀ ਚਾਹਾਂਗੇ ਜੀ। ਨੀ ਪੇਨ ਵੀ ਦੇਖੋ ਮੋਸਟ ਕਾਮਨਲੀ ਉਹੀ ਹੈ ਜਿਵੇਂ ਆਪਣੇ ਆਰਥਰਾਈਟਿਸ ਹੀ ਸਭ ਤੋਂ ਇੱਕ ਕਾਮਨ ਕਾਜ਼ ਹੈਗਾ ਜਿਸ ਕਿ ਗੋਡੇ ਘਸ ਰਹੇ ਹੈਗੇ ਨੇ। ਉਮਰ ਜਿਵੇਂ ਪਹਿਲੇ ਲਾਈਫ ਐਕਸਪੈਕਟੈਂਸੀ 55 ਤੋਂ 60 ਸਾਲ ਹੁੰਦੀ ਸੀ ਉਹੀ ਹੁਣ 65 to 70 ਹੋ ਗਈ ਹੈ। ਲੰਬਾ ਬੰਦਾ ਜੀਣ ਲੱਗ ਗਿਆ ਹੈਗਾ ਤੇ ਉਹਦੇ ਨਾਲ ਇਹ ਸਾਈਡ ਇਫੈਕਟਸ ਨੇ ਕਿ ਜਿਵੇਂ ਅੰਦਰ ਕਾਰਟਿਲੇਜ ਘਸ ਰਹੀ ਹੈ, ਗੋਡੇ ਘਸ ਰਹੇ ਨੇ। ਇਸ ਦੇ ਵਿੱਚ ਵੀ ਆਪਣਾ ਹੁਣ ਉਹੀ ਹੈ ਜਿਵੇਂ ਕਹ ਲਓ ਨੀ ਰਿਪਲੇਸਮੈਂਟ ਹੁਣ ਇੱਕ ਬਹੁਤ ਹੀ ਕਾਮਨ ਸਰਜਰੀ ਹੋ ਗਈ ਹੈਗੀ ਹੈ ਬਟ ਨੀ ਸਰਜਰੀ ਬਹੁਤ ਇਵੋਲਵ ਕਰ ਗਈ ਹੈ ਹੁਣ ਟਾਈਮ ਦੇ ਨਾਲ। ਜਿਵੇਂ ਪਹਿਲੇ ਮੈਨੂਅਲ ਟੈਕਨੀਕਸ ਦੇ ਨਾਲ ਕਰਦੇ ਸੀਗੇ ਤਾਂ ਹੁਣ ਕੰਪਿਊਟਰਾਈਜ਼ਡ ਟੈਕਨੀਕ ਇੰਨੀ ਕੁ ਅੱਛੀ ਆ ਗਈ ਹੈਗੀ ਹੈ 4th ਜਨਰੇਸ਼ਨ ਕੰਪਿਊਟਰ ਨੈਵੀਗੇਸ਼ਨ ਦੇ ਨਾਲ ਕਿ ਉਹਦੇ ਨਾਲ ਜਿਹੜੇ ਰਿਜ਼ਲਟਸ ਨੇ ਉਹ ਹੋਰ ਬੈਟਰ ਹੋ ਗਏ ਨੇ। ਜਿਵੇਂ ਅਸੀਂ ਮੈਨੂਅਲ ਟੈਕਨੀਕ ਨਾਲ ਕਰਦੇ ਸੀਗੇ ਸਾਰਾ ਕੁਝ ਜਿੰਨਾ ਕੁ ਵੀ ਆਪਣਾ ਅੱਖਾਂ ਦੇਖੀ ਕੀਤਾ ਜਾਂਦਾ ਹੈ ਉਹਨਾਂ ਨਾਲ ਦੇਖ ਕੇ ਵੀ ਨਾ ਐਂਡ 'ਤੇ ਰਹਿ ਜਾਂਦਾ ਸੀ ਕਿ ਐਕਸਰੇ ਠੀਕ ਨੇ, ਪੇਸ਼ੈਂਟ ਦਾ ਆਪਰੇਸ਼ਨ ਠੀਕ ਹੋਇਆ ਹੈ ਬਟ ਸਟਿਲ 20% ਮਰੀਜ਼ ਇਹੋ ਜਿਹੇ ਰਹਿ ਜਾਂਦੇ ਸੀਗੇ ਜਿਨ੍ਹਾਂ ਦੇ ਵਿੱਚ ਸੈਟਿਸਫੈਕਸ਼ਨ ਨਹੀਂ ਸੀਗੀ ਉਹਨਾਂ ਨੂੰ, ਜਿਨ੍ਹਾਂ ਨੂੰ ਲੱਗ ਰਿਹਾ ਸੀਗਾ ਕਿ ਹਾਂਜੀ ਠੀਕ ਹੈ ਅੱਗੇ ਨਾਲੋਂ ਬੈਟਰ ਹੈਗੇ ਆ ਬਟ ਨੋਰਮਲ ਨਹੀਂ ਫੀਲ ਕਰ ਰਹੇ ਹੈਗੇ ਆ। ਤਾਂ ਹੁਣ ਜਦੋਂ ਦੀ ਇਹ ਕੰਪਿਊਟਰਾਈਜ਼ਡ ਟੈਕਨੀਕ ਆਈ ਹੈ ਉਹਦੇ ਵਿੱਚ ਕੀ ਹੈ ਕਿ ਇੱਕ ਕਾਈਨੇਮੈਟਿਕ ਅਲਾਈਨਮੈਂਟ ਆ ਗਈ ਹੈਗੀ ਹੈ ਕਿ ਜਿਵੇਂ ਆਪਾਂ ਤੁਰਦੇ ਫਿਰਦੇ ਹਾਂ ਨੋਰਮਲ ਫੀਲ ਕਰਦੇ ਹਾਂ ਤਾਂ ਕੰਪਿਊਟਰਾਈਜ਼ਡ ਨੈਵੀਗੇਸ਼ਨ ਦੇ ਨਾਲ ਇੱਕ ਤਾਂ ਅਲਾਈਨਮੈਂਟ ਬਹੁਤ ਪਰਫੈਕਟ ਆ ਰਹੀ ਹੈਗੀ ਹੈ, ਦਰਦ ਘੱਟ ਹੋ ਰਿਹਾ ਬਿਕੋਜ਼ ਚੀਰ-ਫਾੜ ਘੱਟ ਹੋ ਰਹੀ ਹੈਗੀ ਹੈ। ਤਾਂ ਇਹਨਾਂ ਚੀਜ਼ਾਂ ਦੇ ਨਾਲ ਨਾਲ ਅਲਾਈਨਮੈਂਟ ਅਤੇ ਬੈਲੈਂਸਿੰਗ ਜਿੰਨੀ ਆਪਾਂ ਬੈਸਟ ਕਰ ਰਹੇ ਹੈਗੇ ਆ ਉਹਦੇ ਨਾਲ ਪੇਸ਼ੈਂਟ ਨੂੰ ਇੱਕ ਤਾਂ ਫੀਲ ਗੁੱਡ ਹੋ ਰਿਹਾ, ਦੂਸਰਾ ਰਿਕਵਰੀ ਬਹੁਤ ਫਾਸਟ ਹੋ ਗਈ ਹੈ। ਠੀਕ ਹੈ ਅਤੇ ਅਸੀਂ ਜਿਹੜਾ ਇੱਥੇ ਸਰਜਰੀ ਟੈਕਨੀਕ ਯੂਜ਼ ਕਰ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਹਾਂ ਜ਼ੀਰੋ ਐਰਰ ਟੈਕਨੀਕ। ਮਤਲਬ ਉਹਦੇ 'ਚ ਐਰਰ ਹੋਣ ਦਾ ਚਾਂਸ ਨੀਅਰ ਟੂ ਜ਼ੀਰੋ ਹੋ ਜਾਂਦਾ ਬਿਕੋਜ਼ ਅਸੀਂ ਕੰਪਿਊਟਰਾਈਜ਼ਡ ਨੈਵੀਗੇਸ਼ਨ ਦੀ ਹੈਲਪ ਲੈ ਰਹੇ ਹੈਗੇ ਹਾਂ। ਉਹਦੇ ਨਾਲ ਕੀ ਹੈ ਕਿ ਬੋਨ ਲੋਸ ਘੱਟ ਹੋ ਰਿਹਾ ਹੈ, ਹੱਡੀ ਆਪਾਂ ਘੱਟ ਕੱਟ ਰਹੇ ਹਾਂ, ਖੂਨ ਨਹੀਂ ਨਿਕਲ ਰਿਹਾ ਹੈਗਾ ਬਿਕੋਜ਼ ਨੋਰਮਲ ਟੈਕਨੀਕ ਦੇ ਵਿੱਚ ਆਪਾਂ ਨੂੰ ਜਿਹੜੀ ਪੱਟ ਦੀ ਹੱਡੀ ਦੀ ਕਨਾਲ ਖੋਲ੍ਹਣੀ ਪੈ ਰਹੀ ਹੈ ਉਹ ਇਹਦੇ ਵਿੱਚ ਨਹੀਂ ਖੋਲ੍ਹਣੀ ਪੈ ਰਹੀ। ਕੰਪਿਊਟਰ ਉੱਪਰੋਂ ਹੀ ਫਿੱਟ ਹੋ ਕੇ ਸਾਰਾ ਆਪਾਂ ਨੂੰ ਗਾਈਡ ਕਰ ਰਿਹਾ ਕਿ 1-1 ਡਿਗਰੀ ਤੱਕ ਆਪਾਂ ਕਿਵੇਂ ਅਲਾਈਨਮੈਂਟ ਸੈੱਟ ਕਰਨੀ ਹੈ। ਜੇ ਆਪਾਂ ਦੇਖੀਏ ਆਪਾਂ ਨੈਵੀਗੇਸ਼ਨ ਦੇ ਵਿੱਚ ਪਾਈਏ ਕਿ ਆਪਾਂ 1 ਡਿਗਰੀ ਆਪਣਾ ਮੈਪ 'ਚ ਪਾਉਂਦੇ ਹਾਂ ਅਤੇ ਜੇ ਆਪਾਂ 1 ਡਿਗਰੀ ਦੀ ਗਲਤੀ ਹੋ ਜਾਏ ਤਾਂ ਆਪਾਂ ਕੈਨੇਡਾ ਤੋਂ ਇੰਡੀਆ ਆਉਣ ਦੀ ਥਾਂ 'ਤੇ ਆਪਾਂ ਸ੍ਰੀਲੰਕਾ ਪਹੁੰਚ ਸਕਦੇ ਹਾਂ। ਤਾਂ ਇਸ ਲਈ ਗੋਡੇ ਦੇ ਵਿੱਚ ਵੀ 1-1 ਡਿਗਰੀ ਦੀ ਅਲਾਈਨਮੈਂਟ ਪਰਫੈਕਟ ਆਉਣਾ ਬਹੁਤ ਇੰਪੋਰਟੈਂਟ ਹੈ। ਅਤੇ ਜੇ ਆਪਾਂ ਨੈਚੁਰਲ ਆਈ ਦੇ ਨਾਲ ਕਰ ਰਹੇ ਹੈਗੇ ਹਾਂ ਤਾਂ ਓਬਵੀਅਸਲੀ ਆਪਾਂ 1-1 ਡਿਗਰੀ ਨਹੀਂ ਦੇਖ ਸਕਦੇ। ਕੰਪਿਊਟਰ ਆਪਾਂ ਨੂੰ ਉਸ ਜਿਹੜੀ ਲਾਸਟ 1-1 ਡਿਗਰੀ ਤੱਕ ਉਸ ਨੂੰ ਪਰਫੈਕਸ਼ਨ ਦੀ ਅਲਾਈਨਮੈਂਟ ਲਿਆਉਣ ਦੇ ਵਿੱਚ ਹੈਲਪ ਕਰਦਾ ਹੈਗਾ।
ਇਸੇ ਲਈ ਪੇਸ਼ੈਂਟਸ ਰਿਕਵਰ ਫਾਸਟ ਕਰਦੇ ਨੇ, ਨੈਕਸਟ ਡੇ ਤੋਂ ਚੱਲਣਾ ਸ਼ੁਰੂ ਹੋ ਜਾਂਦਾ ਹੈ। ਪੇਨ ਘੱਟ ਹੁੰਦਾ ਹੈ ਤਾਂ ਓਬਵੀਅਸਲੀ ਪੇਸ਼ੈਂਟ ਗੋਡਾ ਸੌਖਾ ਮੋੜੂਗਾ, ਤਾਂ ਰਿਕਵਰੀ ਇਜ਼ ਫਾਸਟ, ਪੇਸ਼ੈਂਟ ਦੀ ਮੂਵਮੈਂਟ ਅੱਛੀ ਆਉਂਦੀ ਹੈ, ਚੌਂਕੜੀ ਮਾਰਨ ਲੱਗ ਜਾਂਦੇ ਨੇ ਲੋਕ। ਆਪਣੀ ਸਾਰੀ ਜਿਹੜੀ ਨੈਚੁਰਲ ਐਕਟੀਵਿਟੀਜ਼ ਨੇ ਹੁਣ ਉਹ ਕਰਨ ਲੱਗ ਕੰਪਿਊਟਰ ਨੈਵੀਗੇਸ਼ਨ ਦੇ ਨਾਲ ਬਹੁਤ ਈਜ਼ੀਲੀ ਤੇ ਅਰਲੀ ਕਰਨ ਲੱਗ ਗਏ ਨੇ। ਜੀ। ਮੈਂ ਫਿਰ ਇਹ ਪੁੱਛਣਾ ਚਾਹੂੰਗੀ ਕਿ ਆਪਰੇਟ ਕਰਨ ਤੋਂ ਪਹਿਲਾਂ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਕੀ ਸੁਜੈਸਟ ਕਰੋਗੇ ਤੁਸੀਂ? ਦੇਖੋ ਮੋਸਟਲੀ ਆਪਰੇਟ ਕਰਨ ਤੋਂ ਬਾਅਦ ਵੀ ਜਿਵੇਂ ਐਕਸਰਸਾਈਜ਼ਸ ਬਹੁਤ ਅਸੀਂ ਕਹਿੰਦੇ ਐਡਵਾਈਸ ਕਰਦੇ ਹਾਂ ਕਿ ਮਸਲ ਸਟਰੋਂਗ ਹੋਣ। ਆਪਰੇਟ ਤੋਂ ਪਹਿਲਾਂ ਵੀ ਮੋਸਟਲੀ ਜਿਵੇਂ ਅਸੀਂ ਪੇਸ਼ੈਂਟਸ ਨੂੰ ਗਾਈਡ ਕਰਦੇ ਹਾਂ ਕਿ ਐਕਸਰਸਾਈਜ਼ਸ ਇੱਕ ਤਾਂ ਅੱਛੀਆਂ ਕਰਨ, ਕੈਲਸ਼ੀਅਮ ਜਾਂ ਵਿਟਾਮਿਨ ਡੀ ਜ਼ਰੂਰ ਲੈਂਦੇ ਰਹਿਣ, ਬਿਕੋਜ਼ ਬੋਨ ਦੀ ਸਟਰੈਂਥ ਅੱਛੀ ਹੋਏਗੀ ਤਾਂ ਇੰਪਲਾਂਟਸ ਉਹਨਾਂ ਅੱਛਾ ਉੱਥੇ ਫਿੱਟ ਹੁੰਦਾ ਹੈ, ਲੂਜ਼ਨਿੰਗ ਨਹੀਂ ਹੁੰਦੀ ਹੈਗੀ। ਤਾਂ ਅੱਛੀ ਡਾਇਟ, ਐਕਸਰਸਾਈਜ਼, ਕੈਲਸ਼ੀਅਮ ਸਪਲੀਮੈਂਟ ਜਿਹੜਾ ਵੀ ਆਪਾਂ ਨੂੰ ਬੋਨ ਨੂੰ, ਮਸਲਸ ਨੂੰ ਆਪਾਂ ਹੈਲਦੀ ਰੱਖੀਏ ਤਾਂ ਉਹ ਆਪਰੇਟ ਵੇਲੇ ਵੀ ਹੈਲਪ ਕਰਨਗੇ, ਆਪਾਂ ਨੂੰ ਲਾਈਫ ਲੌਂਗ ਹੈਲਪ ਕਰਨਗੇ ਉਹ ਜੀ। ਡਾਕਟਰ ਸਾਹਿਬ, ਜੇ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ ਤਾਂ ਉੱਥੇ ਬਹੁਤ ਵੇਟਿੰਗ ਰਹਿੰਦੀ ਹੈ, ਹੈ ਨਾ? ਤਾਂ ਬਹੁਤ, ਕਿਉਂਕਿ ਇੱਕ ਠੀਕ ਹੋ ਜਾਂਦਾ ਹੈ, ਇੱਕ ਜੇ ਇੰਪਲਾਂਟ ਹੋ ਜਾਂਦਾ ਹੈ ਤਾਂ ਦੂਸਰੇ ਲਈ ਵੇਟ ਕਰਨਾ ਪੈਂਦਾ ਹੈ ਨਾ, ਚਾਹੇ ਉਹ ਹਿਪ ਹੋਵੇ ਚਾਹੇ ਨੀ ਹੋਵੇ, ਹੈ ਨਾ? ਤਾਂ ਕੀ ਇੰਡੀਆ ਦੇ ਵਿੱਚ ਜਾਂ ਫਿਰ ਇੱਥੇ ਆਪਣੇ ਹਸਪੀਟਲ ਦੇ ਵਿੱਚ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਮਿਲ ਸਕਦੀਆਂ ਨੇ? ਦੇਖੋ ਜਿਹੜੇ ਵੀ ਸਾਡੇ ਕੋਲ ਮੋਸਟਲੀ ਕੈਨੇਡਾ ਤੋਂ, ਯੂਕੇ ਤੋਂ ਪੇਸ਼ੈਂਟਸ ਆਉਂਦੇ ਨੇ, ਯੂਐਸ ਤੋਂ ਵੀ ਆਉਂਦੇ ਨੇ, ਉਹਨਾਂ ਨੂੰ ਇਹੀ ਦਿੱਕਤ ਹੈ ਕਿ ਉੱਥੇ ਇੱਕ ਤਾਂ ਵੇਟਿੰਗ ਟਾਈਮਸ 2 ਤੋਂ 3 ਸਾਲ ਹੈਗੇ ਨੇ। ਕੋਵਿਡ ਆ ਗਿਆ, ਉਸ ਤੋਂ ਬਾਅਦ ਹੋਰ ਜ਼ਿਆਦਾ ਵੇਟਿੰਗ ਟਾਈਮਸ ਵੱਧ ਗਏ। ਅਤੇ ਪ੍ਰੋਬਲਮ ਇਹ ਕਿ ਜੇ ਉਹਨਾਂ ਨੂੰ ਇੱਕ ਗੋਡੇ ਦੀ ਅਪਾਇੰਟਮੈਂਟ ਮਿਲ ਵੀ ਰਹੀ ਹੈ, ਇੱਕ ਚੂਲੇ ਦੀ ਅਪਾਇੰਟਮੈਂਟ ਮਿਲ ਵੀ ਰਹੀ ਹੈ, ਤਾਂ ਉਹਨੂੰ ਦੂਸਰੇ ਦੇ ਲਈ 1.5 ਤੋਂ 2 ਸਾਲ ਵੇਟ ਕਰਨਾ ਪੈ ਰਿਹਾ। ਤਾਂ ਮਤਲਬ ਇੱਕ ਲੱਤ ਠੀਕ ਹੋ ਗਈ ਅਤੇ ਦੂਸਰੀ ਫਿਰ ਉਹਨਾਂ ਨੂੰ ਤੁਰਨ ਨਹੀਂ ਦੇ ਰਹੀ, ਤਾਂ ਉਹ ਮੋਬਿਲਿਟੀ ਇਸ਼ੂਜ਼ ਨੇ, ਪਲੱਸ ਦੁਬਾਰਾ ਮੈਡੀਸਿਨ ਲੈਣਾ ਅਤੇ ਸਾਰਾ ਫਿਜ਼ੀਓਥੈਰੇਪੀ ਦਾ ਪ੍ਰੋਟੋਕੋਲ ਦੁਬਾਰਾ ਕਰਨਾ, ਤਾਂ ਪੇਸ਼ੈਂਟਸ ਕਾਫੀ ਦਿੱਕਤ ਫੀਲ ਕਰਦੇ ਨੇ। ਇੰਡੀਆ ਦੇ ਵਿੱਚ ਕੀ ਹੈ ਕਿ ਜੇ ਪੇਸ਼ੈਂਟ ਫਿੱਟ ਹੈਗਾ, ਹਾਰਟ ਦੇ ਟੈਸਟ ਉਹਦੇ ਨੋਰਮਲ ਨੇ, ਸਾਰਾ ਬਲੱਡ ਵਰਕਅਪ ਉਹਦਾ ਨੋਰਮਲ ਹੈਗਾ, ਤਾਂ ਅਸੀਂ 70 ਈਅਰਸ ਤੋਂ ਥੱਲੇ ਵਾਲੇ ਮਰੀਜ਼ਾਂ ਦੇ ਦੋਨੋਂ ਗੋਡੇ ਇਕੱਠੇ ਵੀ ਚੇਂਜ ਕਰ ਦਿੰਦੇ ਹੈਗੇ। ਤਾਂ ਇਹਦੇ ਨਾਲ ਕੀ ਹੈ ਕਿ ਪੇਸ਼ੈਂਟ ਨੂੰ ਇੱਕ ਤਾਂ ਰਿਕਵਰੀ ਫਾਸਟ ਹੈ, ਇੱਕੋ ਵਾਰ 'ਚ ਮੈਡੀਸਿਨ ਲਿੱਤੀ ਗਈ, ਐਕਸਰਸਾਈਜ਼ ਸਾਰੀ ਇੱਕੋ ਵਾਰ 'ਚ ਆਪਾਂ ਕਰ ਸਕਦੇ ਹਾਂ, ਪਲੱਸ ਕੰਪਿਊਟਰਾਈਜ਼ ਨੈਵੀਗੇਸ਼ਨ ਨਾਲ ਕੀ ਹੈ ਕਿ ਬਲੱਡ ਲਾਸ ਘੱਟ ਹੈਗਾ। ਬਲੱਡ ਲਾਸ ਘੱਟ ਹੈ ਤਾਂ ਦੋਨੋਂ ਇਕੱਠੇ ਕਰਨ ਦੇ ਵਿੱਚ ਵੀ ਸਾਨੂੰ ਕੋਈ ਇਸ਼ੂ ਨਹੀਂ ਹੈਗੀ ਹੈ, ਇਸ ਲਈ ਕੋਈ ਕਮਜ਼ੋਰੀ ਨਹੀਂ ਆਉਂਦੀ ਹੈ। ਤਾਂ ਡੈਫੀਨੇਟਲੀ ਇਹ ਫਾਇਦਾ ਜ਼ਰੂਰ ਹੈ ਕਿ ਆਪਾਂ ਦੋਨੋਂ ਸਰਜਰੀਜ਼ ਇੱਥੇ ਇਕੱਠੀਆਂ ਕਰ ਸਕਦੇ ਹਾਂ, ਇਫ ਦਾ ਪੇਸ਼ੈਂਟਸ ਜਨਰਲ ਕੰਡੀਸ਼ਨ ਅਲਾਉਜ਼। ਓਕੇ। ਜੇ ਆਪਾਂ ਐਕਸਪੈਂਡੀਚਰ ਦੀ ਗੱਲ ਕਰਦੇ ਹਾਂ, ਖਰਚੇ ਦੀ, ਤਾਂ ਇਹ ਬਹੁਤ ਜ਼ਿਆਦਾ ਪੇਨ ਜਿਹੜੀ ਸਹਿਨ ਨਹੀਂ ਹੁੰਦੀ, ਤਾਂ ਟਰਾਂਸਫਾਰਮ ਕਰਾਉਣਾ ਜਾਂ ਫਿਰ ਇੰਪਲਾਂਟ ਕਰਾਉਣਾ ਜ਼ਰੂਰੀ ਹੋ ਜਾਂਦਾ ਹੈ, ਤਾਂ ਬਹੁਤ ਸਾਰੇ ਖਰਚ ਹੋ ਜਾਂਦੇ ਨੇ। ਤਾਂ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਜੈਨੂਇਨ ਖਰਚਾ ਹੋਣਾ ਚਾਹੀਦਾ? ਦੇਖੋ ਖਰਚਾ, ਦੇਖੋ ਨਾ, ਜਦੋਂ ਅਸੀਂ ਇੱਥੇ ਬੈਠਦੇ ਹਾਂ ਅਸੀਂ ਦੇਖਦੇ ਹਾਂ ਕਿ ਅਸੀਂ ਕੱਲ ਸੁਣਦੇ ਵੀ ਹੈਗੇ ਹਾਂ ਕਿਤੇ ਕੋਈ 80,000 'ਚ ਕਰ ਰਿਹਾ, ਕੋਈ 1 ਲੱਖ 'ਚ ਕਰ ਰਿਹਾ, ਕੋਈ 1.5 ਲੱਖ 'ਚ ਕਰ ਰਿਹਾ, ਕੋਈ 2 ਲੱਖ ਵੀ ਲੈ ਰਿਹਾ ਹੈਗਾ। ਤਾਂ ਖਰਚਾ ਦੇਖੋ ਜੈਨੂਇਨ ਜੇ ਆਪਾਂ ਕਹੀਏ ਤਾਂ ਲਗਭਗ 1.25 ਤੋਂ 1.5 ਲੱਖ ਦੀ ਰੇਂਜ ਦੇ ਵਿੱਚ ਇੱਕ ਜੈਨੂਇਨ ਖਰਚਾ ਹੈਗਾ, ਬਿਕੋਜ਼ ਜੇ ਆਪਾਂ ਅੱਛਾ ਇੰਪਲਾਂਟ, ਇੰਪੋਰਟਡ ਇੰਪਲਾਂਟ ਪਾ ਰਹੇ ਹੈਗੇ ਹਾਂ। ਇੱਥੇ ਮੈਂ ਪੁੱਛਣਾ ਚਾਹੂੰਗੀ ਕਿ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਲੋਕ ਨੇ, ਬਜ਼ੁਰਗ ਨੇ, ਜਿਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ, ਉਹਨਾਂ ਨੂੰ ਪੈਸੇ ਜ਼ਿਆਦਾ ਦੇਖਣੇ ਚਾਹੀਦੇ ਨੇ ਜਾਂ ਫਿਰ ਇੱਕ ਅੱਛੀ ਜਿਹੜੀ ਇੰਪਲੀਮੈਂਟ ਜਿਹੜੀ ਹੋਣੀ ਚਾਹੀਦੀ ਉਹਨੂੰ ਦੇਖਣਾ ਚਾਹੀਦਾ? ਦੇਖੋ ਇਹ ਬੈਲੈਂਸ ਬਣਾਉਣਾ ਬਹੁਤ ਜ਼ਰੂਰੀ ਹੈਗਾ, ਬਿਕੋਜ਼ ਹਰ ਬੰਦਾ ਪੂਰਾ ਅਫੋਰਡ ਨਹੀਂ ਵੀ ਕਰਦਾ, ਬਟ ਪੈਸਾ ਇੱਕ ਇਕਲੌਤੀ ਚੀਜ਼ ਨਹੀਂ ਹੈਗੀ। ਪੇਸ਼ੈਂਟ ਨੂੰ ਜੋ ਚੀਜ਼ਾਂ ਨੋਟ ਕਰਨੀਆਂ ਚਾਹੀਦੀਆਂ ਨੇ ਆਪਣੀ ਸਰਜਰੀ ਪਲਾਨ ਕਰਨ ਤੋਂ ਪਹਿਲਾਂ, ਉਹ ਨੇ ਕਿ ਇੱਕ ਤਾਂ ਸਭ ਤੋਂ ਪਹਿਲੇ ਉਹ ਆਪਣਾ ਸਰਜਨ ਚੂਜ਼ ਕਰਨ, ਠੀਕ ਹੈ? ਸਰਜਨ ਜਿਹਨੂੰ ਐਕਸਪੀਰੀਅੰਸ ਹੋਵੇ, ਮਤਲਬ ਅਰਾਊਂਡ 2 ਜਾਂ 4 ਹਜ਼ਾਰ ਜੁਆਇੰਟਸ ਜਿਹੜਾ ਕਰ ਚੁੱਕਿਆ ਹੋਵੇ, ਜਿਹਨੂੰ ਕਿ ਐਕਸਪੀਰੀਅੰਸ ਹੈਗਾ ਓਵਰ ਟਾਈਮ, 8 to 10 ਈਅਰਸ ਐਕਸਪੀਰੀਅੰਸ ਹੋਵੇ। ਉਸ ਦੇ ਨਾਲ ਨਾਲ ਉਹਦੇ ਮਤਲਬ ਮੰਥਲੀ ਸਰਜਰੀਜ਼ ਜਾਂ ਈਅਰਲੀ ਸਰਜਰੀਜ਼ ਕਿੰਨੀਆਂ ਨੇ। ਜੇ ਅਸੀਂ ਕਹੀਏ ਨਾ, ਅਸੀਂ ਵੀ ਜੇ ਹਫਤਾ 10 ਦਿਨ ਕੁਛ ਨਾ ਕਰੀਏ ਤਾਂ ਆਪਾਂ ਨੂੰ ਜਦੋਂ ਦੁਬਾਰਾ ਕਰਦੇ ਹਾਂ ਤਾਂ ਉਹ ਕਰਨਾ ਔਖਾ ਲੱਗਦਾ। ਤਾਂ ਜੇ ਆਪਾਂ ਉਹੀ ਚੀਜ਼ ਨੂੰ ਡੇਲੀ ਕਰ ਰਹੇ ਹਾਂ ਤਾਂ ਆਪਾਂ ਉਹਨੂੰ ਹੋਰ ਪਰਫੈਕਸ਼ਨ 'ਚ ਕਰਨ ਲੱਗ ਜਾਂਦੇ ਹਾਂ। ਤਾਂ ਜੇ ਮਤਲਬ ਐਵਰੇਜ ਮੰਨ ਕੇ ਚਲੋ, ਜੇ ਕੋਈ 30 ਤੋਂ 50 ਜੁਆਇੰਟ ਮਹੀਨੇ ਦੇ ਕਰਦਾ ਹੈਗਾ, ਅਰਾਊਂਡ 500 ਜੁਆਇੰਟਸ ਈਅਰ ਕਰਦਾ ਹੈ, ਤਾਂ ਵੀ ਕੰਸੀਡਰ ਕਿ ਉਹ ਇੱਕ ਅੱਛਾ ਵੋਲਿਊਮ ਸਰਜਨ ਹੈਗਾ ਅਤੇ ਉਹਦੇ ਰਿਜ਼ਲਟਸ ਜੇ ਅੱਛੇ ਨੇ ਤਾਂ ਹੀ ਸ਼ੁੱਡ ਬੀ ਪ੍ਰੈਫਰਡ, ਠੀਕ ਹੈ, ਰਾਦਰ ਦੈਨ ਆਪਾਂ 10-20 ਹਜ਼ਾਰ ਬਚਾਉਣ ਪਿੱਛੇ ਕਿਤੋਂ ਇੱਥੋਂ ਚਲੇ ਜਾਈਏ। ਬਿਕੋਜ਼ ਅਸੀਂ ਕਹਿੰਦੇ ਕਿ ਨੀ ਰਿਪਲੇਸਮੈਂਟ ਜਾਂ ਹਿਪ ਰਿਪਲੇਸਮੈਂਟ ਇੱਕ ਲਾਈਫ ਟਾਈਮ ਸਰਜਰੀ ਹੈ। ਆਪਾਂ ਚਾਹੁੰਦੇ ਹਾਂ ਕਿ ਜਿਹੜਾ ਇੱਕ ਗੋਡਾ ਆਪਾਂ ਜਾਂ ਚੂਲਾ ਪਾਇਆ ਹੈਗਾ ਉਹ ਇੱਕ ਲਾਈਫ ਟਾਈਮ ਲਾਸਟ ਕਰੇ। ਤਾਂ ਮੋਸਟਲੀ ਕੀ ਹੁੰਦਾ ਹੈ ਕਿ ਸਾਰੇ ਕਹਿੰਦੇ ਨੇ ਕਿ ਹਾਂਜੀ ਆਪਾਂ ਇੰਪੋਰਟਡ ਜੋੜ ਪਵਾ ਲਿਆ, ਬਟ ਸਸਤੇ 'ਚ ਪਵਾ ਲਿਆ, ਬਟ ਪ੍ਰੋਬਲਮ ਕੀ ਹੈ ਕਿ ਜੇ ਉਸੇ ਇੰਪੋਰਟਡ ਜੋੜ ਨੂੰ ਆਪਾਂ ਸਹੀ ਤਰੀਕੇ ਨਾਲ ਨਹੀਂ ਪਾਇਆ ਜਾਂ ਉਹਨੂੰ ਆਪਾਂ ਪ੍ਰੋਪਰ ਬੈਲੈਂਸ ਨਹੀਂ ਕੀਤਾ ਤਾਂ ਉਹੀ ਜੋੜ ਸਾਲ ਦੇ ਵਿੱਚ ਢਿੱਲਾ ਹੋ ਸਕਦਾ, ਜਿਹਨੂੰ ਅਸੀਂ ਕਹਿੰਦੇ ਏਸੈਪਟਿਕ ਲੂਜ਼ਨਿੰਗ ਹੁੰਦੀ ਹੈ, ਜੋ ਇੱਕ ਕੰਪਲੀਕੇਸ਼ਨ ਹੈ। ਜੇ ਗੋਡੇ ਦੀ ਅਲਾਈਨਮੈਂਟ ਪ੍ਰੋਪਰ ਨਹੀਂ ਹੈ ਤਾਂ ਉਹ ਲੂਜ਼ਨਿੰਗ ਹੋ ਸਕਦੀ ਹੈ, ਅਤੇ ਜਿਹੜਾ ਗੋਡਾ ਨੋਰਮਲੀ 20-25 ਸਾਲ ਚੱਲਣਾ ਸੀਗਾ ਉਹ ਸਾਲ ਦੇ ਵਿੱਚ ਵੀ ਦੁਬਾਰਾ ਢਿੱਲਾ ਹੋ ਕੇ ਦਿੱਕਤ ਦੇਣੀ ਸ਼ੁਰੂ ਕਰ ਸਕਦਾ। ਤਾਂ ਪ੍ਰੋਪਰ ਸਰਜਨ
ਚੂਜ਼ ਕਰੋ। ਉਸ ਤੋਂ ਬਾਅਦ ਜਿਹੜਾ ਸਰਜਨ ਦਾ ਪ੍ਰੈਫਰੇਬਲ ਇੰਪਲਾਂਟ ਹੈ, ਪ੍ਰੈਫਰੇਬਲੀ ਇੰਪੋਰਟਡ, ਬਿਕੋਜ਼ ਇੰਡੀਅਨ ਇੰਪਲਾਂਟਸ ਵੀ ਆ ਰਹੇ ਨੇ, ਚਾਈਨੀਜ਼ ਵੀ ਆ ਰਹੇ ਨੇ, ਤੇ ਯੂਐਸ ਤੇ ਜਰਮਨੀ ਵਾਲੇ ਇੰਪਲਾਂਟਸ ਵੀ ਆ ਰਹੇ ਨੇ। ਤਾਂ ਉਹ ਆਪਾਂ ਨੂੰ ਅਕੋਰਡਿੰਗਲੀ ਚੂਜ਼ ਕਰਨਾ ਚਾਹੀਦਾ ਹੈ ਕਿ ਬੈਸਟ ਇੰਪਲਾਂਟ ਹੋ ਜਾਣ, ਬੈਸਟ ਸਰਜਨ ਹੋ ਜਾਣ, ਅਤੇ ਹੌਸਪੀਟਲ ਦੀ ਫੈਸਿਲਿਟੀ ਵੀ ਦੇਖਣੀ ਬਹੁਤ ਜ਼ਰੂਰੀ ਹੈ। ਬਿਕੋਜ਼ ਅਸੀਂ ਕਹਿੰਦੇ ਆਪਰੇਸ਼ਨ 50% ਹੈ, ਅਤੇ ਬਾਅਦ 'ਚ ਜਿਹੜੀ ਫੋਲੋਅਪ ਹੈ ਜਾਂ ਫਿਜ਼ੀਓਥੈਰੇਪੀ ਹੈ, ਜਿਹੜੀ ਉਹ ਰੀਹੈਬ ਹੈ, ਉਹ 50% ਹੈ। ਤਾਂ ਇੱਕ ਅੱਛੀ ਫਿਜ਼ੀਓਥੈਰੇਪੀ ਟੀਮ ਹੋਵੇ, ਬਿਕੋਜ਼ ਬਜ਼ੁਰਗਾਂ ਨੂੰ ਜੇ ਦਿੱਕਤ ਹੈਗੀ ਹੈ ਤਾਂ ਕਿਸੇ ਨੂੰ ਸ਼ੂਗਰ ਦੀ ਹੈ, ਕਿਸੇ ਨੂੰ ਹਾਰਟ ਦੀ ਹੈ, ਕਿਸੇ ਨੂੰ ਬੀਪੀ ਦੀ ਹੈ, ਤਾਂ ਇੱਕ ਫਿਜ਼ੀਸ਼ੀਅਨ ਜਾਂ ਜਿਹੜੇ ਜਨਰਲ ਮੈਡੀਸਨ ਜਾਂ ਇੱਕ ਹੌਸਪੀਟਲ ਟੀਮ ਉਸ ਚੀਜ਼ ਦੀ ਵੀ ਹੋਣੀ ਚਾਹੀਦੀ। ਇੱਕ ਅੱਛਾ ਆਈਸੀਯੂ ਬੈਕਅਪ ਹੋਣਾ ਚਾਹੀਦਾ ਹੈ, ਜਿਹੜਾ ਕਿ ਪੇਸ਼ੈਂਟ ਨੂੰ ਬਾਅਦ ਦੇ ਵਿੱਚ ਸਾਂਭ ਸੰਭਾਲ ਕਰ ਸਕੇ ਜੇ ਕੋਈ ਉਹਨਾਂ ਦੀ ਸ਼ੂਗਰ ਬੀਪੀ ਦੀ ਕੋਈ ਦਿੱਕਤ ਨਾਲ ਆਉਂਦੀ ਹੈ। ਤਾਂ ਇੱਕ ਟੀਮ ਦੇਖਣੀ ਬਹੁਤ ਜ਼ਰੂਰੀ ਹੈ। ਇਕੱਲਾ ਆਪਾਂ ਇਹ ਨਹੀਂ ਦੇਖ ਸਕਦੇ ਕਿ ਆਪਾਂ 10,000 ਬਚਾ ਲਈਏ। ਪਲੱਸ ਪ੍ਰੋਬਲਮ ਕੀ ਹੈ ਕਿ ਜੇ ਆਪਾਂ ਨੂੰ ਇੱਕ ਵਾਰੀ ਗੋਡਾ ਪੈ ਗਿਆ, ਦੂਸਰੀ ਵਾਰ ਜੇ ਆਪਾਂ ਨੂੰ ਚੇਂਜ ਕਰਨਾ ਪੈਂਦਾ ਹੈਗਾ, ਰੀਡੂ ਕਰਨਾ ਪੈਂਦਾ ਹੈ, ਤਾਂ ਉਹਦਾ ਖਰਚਾ 3 ਗੁਣਾ ਵੱਧ ਜਾਂਦਾ ਹੈ। ਜੇ ਹੁਣ 1.25 ਲੱਖ 'ਚ ਹੋ ਰਿਹਾ ਤਾਂ ਉਹ 3 ਲੱਖ ਦੇ ਵਿੱਚ ਖਰਚਾ ਪਹੁੰਚ ਜਾਂਦਾ ਜੇ ਆਪਾਂ ਉਹਨੂੰ ਕੱਢ ਕੇ ਦੁਬਾਰਾ ਪਾਉਣ ਦੀ ਲੋੜ ਪਏ ਤਾਂ ਇਸ ਲਈ ਪਹਿਲੇ ਟਾਈਮ ਫੈਸਲਾ ਲੈਣਾ ਬਹੁਤ ਜ਼ਰੂਰੀ ਹੈ। ਆਪਾਂ ਇਹ ਵੀ ਨਹੀਂ ਸੋਚ ਸਕਦੇ ਕਿ ਬਿਲਕੁਲ ਪੈਸੇ ਬਚਾ ਲਈਏ, ਇਹ ਵੀ ਨਹੀਂ ਆਪਾਂ ਚਾਹੁੰਦੇ ਕਿ ਖਰਚਾ ਬਹੁਤ ਜ਼ਿਆਦਾ ਹੋਏ। ਤਾਂ ਐਵਰੇਜ ਜੇ ਆਪਾਂ ਦੇਖੀਏ ਤਾਂ ਇੱਕ ਅੱਛਾ ਇੰਪਲਾਂਟ ਇੱਕ ਅੱਛੇ ਸੈਂਟਰ 'ਤੇ ਮੇਰੇ ਹਿਸਾਬ ਨਾਲ 1.25 ਤੋਂ 1.5 ਲੱਖ ਦੀ ਰੇਂਜ ਦੇ ਵਿੱਚ ਇੱਕ ਗੋਡੇ ਦਾ ਹੋ ਜਾਣਾ ਚਾਹੀਦਾ। ਅਤੇ ਜਿਹੜਾ ਯੰਗਸਟਰਸ ਆਪਾਂ ਚੂਲੇ ਵਾਲੀ ਗੱਲ ਕਰ ਰਹੇ ਹੈਗੇ ਹਾਂ, ਤਾਂ ਬੈਸਟ ਤੋਂ ਬੈਸਟ ਜਿਹੜਾ ਚੂਲਾ ਹੈਗਾ ਉਹ 1,90,000 ਤੋਂ 2 ਲੱਖ ਦੀ ਰੇਂਜ 'ਚ ਹੋ ਜਾਣਾ ਚਾਹੀਦਾ। ਬਜ਼ੁਰਗਾਂ ਵਾਲੇ ਚੂਲੇ ਜਿਹੜੇ ਨੇ ਉਹ ਮੋਸਟਲੀ 1,10,000 ਦੇ ਆਸ-ਪਾਸ ਸ਼ੁਰੂ ਹੋ ਜਾਂਦੇ ਨੇ। ਤਾਂ ਰੇਂਜ 1 ਲੱਖ ਤੋਂ ਸ਼ੁਰੂ ਹੋ ਕੇ 2 ਲੱਖ ਦੀ ਚੂਲਿਆਂ ਦੀ ਹੋ ਜਾਏਗੀ, ਅਤੇ ਗੋਡਿਆਂ ਦੀ ਵੀ ਰੇਂਜ ਉਹੀ 1 ਲੱਖ ਤੋਂ ਲੈ ਕੇ 1.5 ਲੱਖ ਦੀ ਰੇਂਜ ਦੇ ਵਿੱਚ ਸਾਰੀ ਹੋ ਜਾਏਗੀ। ਡਾਕਟਰ ਸਾਹਿਬ, ਹੁਣੇ ਤੁਸੀਂ ਰੀਡੂ ਬਾਰੇ ਗੱਲ ਕੀਤੀ, ਤਾਂ ਇਹ ਕਿਉਂ ਕਰਨਾ ਪੈਂਦਾ ਹੈ? ਇਹਦੇ ਕੀ ਕਾਰਨ ਹੋ ਸਕਦੇ ਨੇ? ਦੇਖੋ, ਰੀਡੂ ਸਰਜਰੀ ਜਿਹਨੂੰ ਅਸੀਂ ਕਿ ਰਿਵੀਜ਼ਨ TKR ਜਾਂ ਰਿਵੀਜ਼ਨ THR ਵੀ ਕਹਿ ਦਿੰਦੇ ਹਾਂ, ਇਹਦੇ 2-3 ਕਾਰਨ ਹੋ ਸਕਦੇ ਨੇ। ਇੱਕ ਤਾਂ ਹੈਗਾ ਕਿ ਜਿਵੇਂ ਆਪਾਂ ਜੋੜ ਪਾਇਆ ਓਵਰ ਟਾਈਮ ਘਸ ਕੇ 20-25 ਸਾਲ ਦੇ ਬਾਅਦ ਉਹ ਲੂਜ਼ ਹੋ ਗਿਆ, ਉਹਨੂੰ ਆਪਾਂ ਨੂੰ ਰੀਡੂ ਕਰਨਾ ਪੈ ਸਕਦਾ ਹੈ। ਜਾਂ ਫਿਰ ਜ਼ਿਆਦਾ ਕਾਮਨਲੀ ਜਿਹੜਾ ਜਲਦੀ ਗੋਡਾ ਫੇਲ ਹੋ ਜਾਂਦਾ ਹੈ, ਉਹਦਾ ਇੱਕ ਕਾਰਨ ਹੈਗਾ ਕਿ ਇਨਫੈਕਸ਼ਨ ਜੇ ਗੋਡੇ ਦੇ ਵਿੱਚ ਹੋ ਜਾਂਦੀ ਹੈ, ਤਾਂ ਉਹਨੂੰ ਆਪਾਂ ਨੂੰ ਰੀਡੂ ਸਰਜਰੀ ਕਰਨੀ ਪੈਂਦੀ ਹੈ। ਉਸ ਦੇ ਵਿੱਚ ਕੀ ਕਰਨਾ ਪੈਂਦਾ ਹੈ ਕਿ ਜੇ ਕੋਈ ਇਨਫੈਕਸ਼ਨ ਹੋ ਗਈ ਹੈ ਗੋਡੇ ਦੇ ਵਿੱਚ ਜਾਂ ਚੂਲੇ ਦੇ ਵਿੱਚ, ਤਾਂ ਉਹਨੂੰ ਜਿਹੜਾ ਵੀ ਜੋੜ ਪਾਇਆ ਹੋਏਗਾ ਉਸ ਜੋੜ ਨੂੰ ਅੰਦਰੋਂ ਦੀ ਕੱਢਣਾ ਪਏਗਾ। ਉਹਦੀ ਥਾਂ 'ਤੇ ਜਿਹੜੀ ਖਾਲੀ ਥਾਂ ਹੈ ਉਸ ਥਾਂ 'ਤੇ ਇੱਕ ਸੀਮੈਂਟ ਸਪੇਸਰ ਕਹਿੰਦੇ ਅਸੀਂ, ਜਿਸ 'ਚ ਕਿ ਐਂਟੀਬਾਇਓਟਿਕਸ ਪਾਏ ਹੁੰਦੇ ਨੇ, ਤਾਂ ਇਹ ਕਹਿ ਲਓ ਦਵਾਈ ਦਾ ਮਸਾਲਾ ਵਿੱਚ ਪਾ ਕੇ ਰੱਖਣਾ ਪੈਂਦਾ ਹੈ। 4 to 6 ਵੀਕਸ ਵੇਟ ਕਰਕੇ ਫਿਰ ਅਸੀਂ ਜਦੋਂ ਬਲੱਡ ਟੈਸਟ ਨੋਰਮਲ ਦੇਖਦੇ ਹਾਂ ਕਿ ਇਨਫੈਕਸ਼ਨ ਦੇ ਟੈਸਟ ਨੋਰਮਲ ਹੋ ਗਏ ਨੇ, ਫਿਰ ਅਸੀਂ ਰੀਡੂ ਕਰ ਸਕਦੇ ਹੈਗੇ ਹਾਂ। ਓਵਰ ਟਾਈਮ ਪਹਿਲੇ ਸੀਗਾ ਕਿ ਰੀਡੂ ਸਰਜਰੀ ਸਕਸੈਸਫੁਲ ਘੱਟ ਹੈਗੀ ਹੈ 50-60%, ਬਟ ਹੁਣ ਰੀਡੂ ਸਰਜਰੀ ਦੀ ਵੀ ਸਕਸੈਸ ਰੇਟ ਅਪ ਟੂ 90% ਹੋ ਗਈ ਹੈ। ਵਿਦ ਲੇਟੈਸਟ ਇੰਪਲਾਂਟਸ ਅਤੇ ਟੈਕਨੋਲੋਜੀਜ਼ ਰੀਡੂ ਸਰਜਰੀ ਵੀ ਓਨੀ ਹੀ ਹੁਣ ਸਕਸੈਸਫੁਲ ਹੈ, ਅਤੇ ਪੇਸ਼ੈਂਟ ਅਪ ਟੂ 3 ਜਾਂ 4 ਟਾਈਮਸ ਤੱਕ ਵੀ ਰੀਡੂ ਕਰਵਾ ਸਕਦੇ ਨੇ। ਜੀ, ਨਾਗਪਾਲ ਹਸਪੀਟਲ ਦੇ ਵਿੱਚ ਕਿੰਨਾ ਕੁ ਸਕਸੈਸ ਰੇਟ ਹੈ, ਇਸ ਪਰ ਵੀ ਦੱਸੋ। ਦੇਖੋ, ਅਸੀਂ ਜਿਹੜੇ ਆਪਣੇ ਇਨਫੈਕਸ਼ਨ ਰੇਟਸ ਨੂੰ ਅਤੇ ਸਕਸੈਸ ਰੇਟ ਨੂੰ ਮਤਲਬ ਸਕਸੈਸ ਰੇਟ ਨੂੰ ਵੱਧ ਤੋਂ ਵੱਧ ਰੱਖਣ ਅਤੇ ਇਨਫੈਕਸ਼ਨ ਰੇਟ ਨੂੰ ਘੱਟ ਤੋਂ ਘੱਟ ਰੱਖਣ ਲਈ ਬਹੁਤ ਜ਼ਿਆਦਾ ਜ਼ੋਰ ਲਗਾਉਂਦੇ ਹੈਗੇ ਹਾਂ। ਅਸੀਂ ਕਾਫੀ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਪਿਛਲੇ 1.5 ਸਾਲ ਦੇ ਵਿੱਚ ਜਿਸ 'ਚ ਕਿ ਅਸੀਂ ਮੋਰ ਦੈਨ 750 ਸਰਜਰੀਜ਼ ਕਰ ਚੁੱਕੇ ਹੈਗੇ ਹਿੱਪ ਐਂਡ ਨੀ ਦੀਆਂ, ਅਸੀਂ ਇੱਕ ਵੀ ਹਜੇ ਕੋਈ ਇਨਫੈਕਸ਼ਨ ਨਹੀਂ ਦੇਖੀ ਹੈਗੀ ਹੈ। ਤਾਂ ਇਸ ਕਰਕੇ ਅਸੀਂ ਇਸ ਚੀਜ਼ ਨੂੰ ਕਾਫੀ ਇਹਦੇ 'ਤੇ ਧਿਆਨ ਰੱਖਦੇ ਹੈਗੇ ਹਾਂ। ਫਰੋਮ ਸਾਰਾ ਜਿਹੜਾ ਓਪਰੇਸ਼ਨ ਥੀਏਟਰਸ ਦੇ ਵਿੱਚ ਜਿਵੇਂ ਲੈਮੀਨਰ ਫਲੋਜ਼ ਨੇ ਜਾਂ ਸਟੈਰਿਲਿਟੀ ਮੇਨਟੇਨ ਕਰਨਾ, ਫਿਰ ਜਿਹੜੇ ਇੰਸਟਰੂਮੈਂਟਸ ਯੂਜ਼ ਹੋ ਰਹੇ ਨੇ ਉਹਨਾਂ ਦੀ ਸਟਰਲਾਈਜੇਸ਼ਨ ਨੂੰ ਪ੍ਰੋਪਰ ਚੈੱਕ ਕਰਨਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਲੱਸ ਪੇਸ਼ੈਂਟ ਨੂੰ ਜਦੋਂ ਅਸੀਂ ਕੇਅਰ ਕਰ ਰਹੇ ਹੈਗੇ ਹਾਂ ਕਿ ਸਾਰੀ ਡਰੈਸਿੰਗਸ ਆਪ ਓਵਰਸੀ ਕਰਨਾ, ਕਿਉਂਕਿ ਦੇਖੋ ਜੇ ਕਿਸੇ 'ਤੇ ਆਪਾਂ ਕੰਮ ਛੱਡਦੇ ਹਾਂ ਤਾਂ ਆਪਾਂ ਨੂੰ ਪਤਾ ਨਹੀਂ, ਜਦੋਂ ਤੱਕ ਅਸੀਂ ਆਪ ਆਪਣਾ ਪਰਸਨਲ ਟੱਚ ਨਹੀਂ ਦੇਵਾਂਗੇ ਪੇਸ਼ੈਂਟ ਨੂੰ ਵੀ ਫਿਰ ਇੱਕ 100% ਦੇਣਾ ਸਾਡੀ ਡਿਊਟੀ ਹੈਗੀ ਹੈ। ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਾਰਾ ਕੁਝ ਅਸੀਂ ਪਰਸਨਲ ਕੇਅਰ, ਕੋਈ ਪੇਸ਼ੈਂਟ ਦੇ ਡਾਊਟਸ ਨੇ ਉਹ ਵੀ ਸੋਲਵ ਕਰੀਏ। ਤਾਂ ਇਨਫੈਕਸ਼ਨ ਰੇਟ ਨੂੰ ਅਸੀਂ ਕਾਫੀ ਹੱਦ ਤੱਕ ਥੱਲੇ ਰੱਖ ਪਾਏ ਹੈਗੇ ਹਾਂ। ਇਸੇ ਕਰਕੇ ਜਿਵੇਂ ਆਪਾਂ ਨਾਲ ਗੱਲ ਕੀਤੀ, ਸਾਡੀ ਜਿਹੜੀ ਜ਼ੀਰੋ ਐਰਰ ਟੈਕਨੀਕ ਹੈਗੀ ਹੈ, ਉਹਦੇ ਨਾਲ ਜਿਹੜੇ ਲਾਸਟ 750 ਪੇਸ਼ੈਂਟਸ ਦੇ ਵਿੱਚ ਰਿਜ਼ਲਟਸ ਆਪਣੇ ਕਾਫੀ ਅੱਛੇ ਨੇ। ਅਸੀਂ ਹੁਣ ਇੱਕ ਰੀਸੈਂਟਲੀ ਇੰਟਰਨੈਸ਼ਨਲ ਜਰਨਲ 'ਚ ਵੀ ਪਬਲਿਸ਼ ਕੀਤਾ ਹੈਗਾ, ਜਿਹੜਾ ਕੰਪਿਊਟਰ ਨੈਵੀਗੇਸ਼ਨ ਵਰਸਸ ਮੈਨੂਅਲ ਸਰਜਰੀ ਦੇ ਜਿਹੜੇ ਸਾਡੇ ਰਿਜ਼ਲਟ ਸੀਗੇ ਉਹ ਪਬਲਿਸ਼ ਹੋਏ ਨੇ ਅਤੇ ਐਕਸੈਪਟ ਹੋਏ ਨੇ। ਅਤੇ ਉਹਦੇ ਵਿੱਚ ਇਹੀ ਦੱਸਿਆ ਗਿਆ ਕਿ ਕੰਪਿਊਟਰ ਨੈਵੀਗੇਸ਼ਨ ਨਾਲ ਰਿਜ਼ਲਟਸ ਨੇ ਜਿਹੜੇ ਮੈਨੂਅਲ ਤੋਂ ਕਾਫੀ ਬੈਟਰ ਆ ਰਹੇ ਨੇ। ਡਾਕਟਰ ਸਾਹਿਬ, ਇੱਕ 골ਡ ਨੀ ਬਾਰੇ ਬੜਾ ਸੁਣਿਆ, ਇਹ ਸੋਨੇ ਦਾ ਗੋਡਾ ਹੁੰਦਾ ਹੈ ਕੁਝ? ਦੇਖੋ, ਗੋਡਾ ਅੰਦਰੋਂ ਤਾਂ ਮਟੀਰੀਅਲ ਕੋਬਾਲਟ ਕ੍ਰੋਮੀਅਮ ਜਿਹੜਾ ਨਾਰਮਲ ਨੀ ਦਾ ਹੈਗਾ ਉਹੀ ਹੈਗਾ, ਉਸ ਦੇ ਉੱਪਰ ਇੱਕ ਟਾਈਟੇਨੀਅਮ ਦੀ ਕੋਟਿੰਗ ਆ ਜਾਂਦੀ ਹੈ, ਇਸ ਤਰੀਕੇ ਦਾ ਦਿਖਦਾ ਹੈ। ਦੇਖੋ, ਆਪਾਂ ਇੰਡੀਅਨਸ ਨੂੰ ਗੋਲਡ ਨਾਲ ਵੈਸੇ ਹੀ ਬਹੁਤ ਫੈਸੀਨੇਸ਼ਨ ਹੈਗੀ ਹੈ, ਤਾਂ ਮੇਰੇ ਕਈ ਪੇਸ਼ੈਂਟਸ ਨੇ ਜਿਨ੍ਹਾਂ ਨੇ ਗੋਲਡ ਨਹੀਂ ਪਵਾਏ, ਉਹਨਾਂ ਦੀ ਜਦੋਂ ਉਹਨਾਂ ਨੇ ਆਪਣੇ ਰਿਲੇਟਿਵਸ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਜੀ ਮੇਰੇ ਕੋਲ
ਮਤਲਬ ਕਾਫੀ ਜੋਕਸ ਵੀ ਬੰਦੇ ਨੇ ਕਿ ਗੋਲਡ ਨਹੀਂ ਮੇਰੇ ਕੋਲ ਸੋਨਾ ਪਿਆ ਮੇਰਾ ਗੋਡਾ ਬਣਾ ਕੇ ਪਾ ਦਿਓ ਸੇਫ ਹੋ ਜਾਏਗਾ ਬਟ ਗੋਲਡ ਨੀ ਇਜ਼ ਅ ਵੈਰੀ ਗੁੱਡ ਲੇਟੈਸਟ ਇੰਪਲਾਂਟ ਇਹਦੇ ਵਿੱਚ ਟਾਈਟੇਨੀਅਮ ਕੋਟਿੰਗ ਹੈਗੀ ਹੈ ਘਸਦਾ ਬਹੁਤ ਘੱਟ ਹੈਗਾ ਯੰਗ ਪੇਸ਼ੈਂਟਸ ਜਿਵੇਂ ਲੈਸ ਦੈਨ 50 ਦੇ ਵਿੱਚ ਅਸੀਂ ਇਹਨਾਂ ਨੂੰ ਯੂਜ਼ ਕਰਦੇ ਹੈਗੇ ਆ ਇਹਦੀ ਲਾਈਫ ਕਾਫੀ ਜ਼ਿਆਦਾ ਹੈਗੀ ਹੈ ਅਪ ਟੂ 35 ਇਅਰਸ ਦੀ ਇਹਦੀ ਲਾਈਫ ਹੈਗੀ ਹੈ ਤਾਂ ਜੇ ਕੋਈ ਹੋਈ ਹੈ ਯੰਗ ਪੇਸ਼ੈਂਟ ਗੋਡੇ ਦੀ ਵੀ ਦਿੱਕਤ ਤੋਂ ਸਫਰ ਕਰ ਰਿਹਾ 40-45 ਸਾਲ ਦੀ ਉਮਰ ਹੈਗੀ ਹੈ ਤੁਰਨਾ ਔਖਾ ਹੋਇਆ ਪਿਆ ਤਾਂ ਅਸੀਂ ਇਹ ਨਹੀਂ ਕਹਾਂਗੇ ਜੀ ਤੁਸੀਂ 60 ਤੱਕ ਵੇਟ ਕਰੋ ਤੁਹਾਡੇ ਲਈ ਵੀ ਹੁਣ ਇੰਪਲਾਂਟਸ ਹੈਗੇ ਨੇ ਜਿਹੜੇ ਆਪਣੇ ਲੰਬੇ ਚੱਲ ਸਕਦੇ ਨੇ ਤਾਂ ਆਪਾਂ ਦਿੱਕਤ ਨੂੰ ਪਹਿਲੇ ਹੀ ਆਪਾਂ ਠੀਕ ਕਰ ਸਕਦੇ ਹਾਂ ਰਾਦਰ ਦੈਨ ਆਪਾਂ ਵੇਟ ਕਰੀ ਚੱਲੀਏ ਬੈਠੇ ਬੈਠੇ ਭਾਰ ਵਧੀ ਚੱਲੇ ਹੋਰ ਦਿੱਕਤਾਂ ਵਧੀ ਚੱਲਣ ਜੀ ਡਾਕਟਰ ਸਾਹਿਬ ਇੱਕ ਜਦੋਂ ਸਰਜਰੀ ਦੀ ਗੱਲ ਕਰਦੇ ਹਾਂ ਆਪਾਂ ਤਾਂ ਮੇਰੇ ਵਰਗੀਆਂ ਵੀ ਹੋਣਗੀਆਂ ਹਨਾ ਨੌਜਵਾਨ ਵੀ ਹੁੰਦੇ ਨੇ ਕਈ ਕਿ ਸਰਜਰੀ ਦਾ ਨਾਮ ਸੁਣ ਕੇ ਹੀ ਬਜ਼ੁਰਗ ਵੀ ਦਿਲ ਹੌਲਾ ਕਰ ਲੈਂਦੇ ਨੇ ਕਿ ਬਹੁਤ ਦਰਦ ਹੋਏਗੀ ਜਾਂ ਅਸੀਂ ਨਹੀਂ ਕਰਵਾ ਪਾਵਾਂਗੇ ਉਹਨਾਂ ਬਾਰੇ ਜ਼ਰੂਰ ਦੱਸੋ ਦੇਖੋ ਦਰਦ ਵੀ ਜਿਵੇਂ ਕਹੀਏ ਨਾ ਕਿ ਜਿਵੇਂ ਜਿਵੇਂ ਇੰਪਲਾਂਟ ਬੈਟਰ ਹੋਏ ਨੇ ਦਰਦ ਨੂੰ ਕੰਟਰੋਲ ਕਰਨੀਆਂ ਦੀਆਂ ਤਕਨੀਕਾਂ ਨੇ ਉਹ ਵੀ ਬਹੁਤ ਟਾਈਮ ਨਾਲ ਇਵੋਲਵ ਕਰ ਗਈਆਂ ਨੇ ਹੁਣ ਸਪੈਸ਼ਲ ਬਲੌਕਸ ਲਗਾਉਣ ਲੱਗ ਗਏ ਹਾਂ ਅਸੀਂ ਜਿਹਦੇ ਨਾਲ ਕਿ ਸਿਰਫ ਲੱਤ ਸੁੰਨ ਕਰਦੇ ਹਾਂ ਸਿਰਫ ਦਰਦ ਵਾਲਾ ਪਾਰਟ ਸੁੰਨ ਹੋ ਜਾਂਦਾ ਹੈ ਗੋਡੇ ਦੇ ਅੰਦਰ ਸਪੈਸ਼ਲ ਕੋਕਟੇਲਸ ਅਸੀਂ ਜਿਵੇਂ ਇੰਜੈਕਸ਼ਨ ਦੀਆਂ ਲਗਾ ਦਿੰਦੇ ਹਾਂ ਤਾਂ ਕਿ ਜਿਹੜਾ ਬੋਨ ਕੱਟ ਕੀਤਾ ਜਾਂ ਮਾਸ ਨੂੰ ਛੇੜਛਾੜ ਹੋਈ ਹੈ ਉਹਨੂੰ ਆਪਣਾ ਦਰਦ ਘੱਟ ਹੋਵੇ ਸਰਜਰੀ ਟੈਕਨੀਕ ਇਜ਼ ਆਲਸੋ ਨਾਓ ਐਡਵਾਂਸ ਜਿਵੇਂ ਸਬ ਵਾਸਟਸ ਟੈਕਨੀਕ ਹੈਗੀ ਹੈ ਜਿਹਦੇ ਵਿੱਚ ਕਿ ਆਪਾਂ ਨੂੰ ਮਸਲ ਨੂੰ ਕੱਟਣਾ ਹੀ ਨਹੀਂ ਪੈਂਦਾ ਉਹਦੇ ਨਾਲ ਜੇ ਮਸਲ ਨੂੰ ਕੱਟਾਂਗੇ ਨਹੀਂ ਤਾਂ ਦਰਦ ਘੱਟ ਹੋਏਗਾ ਅਤੇ ਉਹ ਓਬਵੀਅਸਲੀ ਮਸਲ ਦੀ ਰਿਕਵਰੀ ਵੀ ਬਹੁਤ ਫਾਸਟ ਹੋਏਗੀ ਇਹਦੇ ਨਾਲ ਕਮਰ ਦੇ ਵਿੱਚ ਜਿਵੇਂ ਆਪਾਂ ਇੱਕ ਐਪੀਡਿਊਰਲ ਇੰਜੈਕਸ਼ਨ ਲਗਾ ਸਕਦੇ ਹਾਂ ਉਹਦੇ ਨਾਲ ਕੀ ਹੈ ਕਿ ਅਪ ਟੂ ਦੋ ਦਿਨਾਂ ਤੱਕ ਆਪਾਂ ਮੈਡੀਸਿਨ ਦੇ ਸਕਦੇ ਹਾਂ ਤਾਂ ਪੇਨ ਉਹਦੇ ਨਾਲ ਕੰਟਰੋਲ ਰਹਿੰਦੀ ਹੈ ਇਹ ਪੇਨ ਕੰਟਰੋਲ ਜਿਹੜੀ ਆਪਾਂ ਇੰਨੀ ਬੈਟਰ ਅਚੀਵ ਕੀਤੀ ਹੈ ਲਾਸਟ 5 to 10 ਈਅਰਸ ਦੇ ਵਿੱਚ ਉਸੇ ਦਾ ਹੀ ਸਦਕਾ ਹੈ ਕਿ ਪੇਸ਼ੈਂਟ ਆਪਰੇਸ਼ਨ ਤੋਂ ਨੈਕਸਟ ਡੇ ਉੱਠ ਕੇ ਆਪਣੇ ਆਪ ਆਪਣੇ ਪੈਰਾਂ 'ਤੇ ਖੜਾ ਹੁੰਦਾ ਹੈ ਚੱਲਦਾ ਹੈ ਸੈਕਿੰਡ ਥਰਡ ਡੇ ਤੋਂ ਸਟੇਅਰ ਕਲਾਈਮਸ ਕਰ ਸਕਦਾ ਹੈ ਚੌਥੇ ਦਿਨ ਆਪਣੇ ਆਪ ਇੰਡੀਪੈਂਡੈਂਟ ਹੋ ਕੇ ਮਤਲਬ ਘਰ ਜਾ ਪੇਸ਼ੈਂਟ ਨੂੰ ਹੁਣ ਦਰਦ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਮੋਸਟਲੀ ਹੁਣ ਜਿਹੜੇ ਵੀ ਮਰੀਜ਼ ਸਾਡੇ ਕੋਲ ਕਰਾਉਂਦੇ ਨੇ ਉਹੀ ਕਹਿੰਦੇ ਨੇ ਅਸੀਂ ਦਰਦ ਤੋਂ ਐਂ ਡਰਦੇ ਰਹੇ ਇੰਨੇ ਸਾਲ ਇਸ ਤੋਂ ਪਹਿਲੇ ਮਤਲਬ ਇੰਨੀ ਦਰਦ ਤਾਂ ਅਸੀਂ ਉਸ ਤੋਂ ਵੱਧ ਦਰਦ ਆਲਰੇਡੀ ਸਹਿ ਚੁੱਕੇ ਹਾਂ ਜੇ ਸਾਨੂੰ ਪਤਾ ਹੁੰਦਾ ਕਿ ਰਿਸਕ ਘਟ ਗਿਆ ਹੈ ਆਪਰੇਸ਼ਨ ਨੂੰ ਸਾਰਾ ਅੱਧਾ ਘੰਟਾ ਲੱਗਦਾ ਹੈਗਾ ਤੇ ਮਤਲਬ ਨੈਕਸਟ ਡੇ ਤੋਂ ਅਸੀਂ ਚੱਲ ਸਕਦੇ ਹਾਂ ਤਾਂ ਅਸੀਂ ਐਂ ਇੰਨੇ ਦੇਰ ਅਸੀਂ ਨਰਕ ਭੋਗਦੇ ਰਹੇ ਹਾਂ ਅਸੀਂ ਛੇਤੀ ਕਰਾ ਕੇ ਜਲਦੀ ਵਧੀਆ ਹੋ ਜਾਂਦੇ ਦਰਸ਼ਕੋ ਇੱਕ ਬਹੁਤ ਵਧੀਆ ਗੱਲ ਹੈ ਕਿ ਇੱਕ ਤਾਂ ਆਪਰੇਸ਼ਨ 'ਚ ਘੱਟ ਸਮਾਂ ਤੇ ਉਸ ਤੋਂ ਬਾਅਦ ਦਰਦ ਤੋਂ ਵੀ ਨਿਜਾਤ ਕਿ ਇੱਕ ਦਰਦ ਨਹੀਂ ਹੋਏਗੀ ਮਤਲਬ ਘੱਟ ਹੋਏਗੀ ਤੇ ਨਾਲ ਹੀ ਆਪਰੇਸ਼ਨ ਦੇ ਵਿੱਚ ਟਾਈਮ ਵੀ ਘੱਟ ਲੱਗੇਗਾ ਇੱਕ ਨਾਲ ਸਾਡੇ ਦਰਸ਼ਕਾਂ ਨੂੰ ਜ਼ਰੂਰ ਤੁਸੀਂ ਸੁਜੈਸਟ ਕਰੋ ਕਿ ਇੱਕ ਹੈਲਦੀ ਲਾਈਫ ਸਟਾਈਲ ਦੇ ਲਈ ਕਿਸ ਤਰ੍ਹਾਂ ਦਾ ਉਹਨਾਂ ਨੂੰ ਆਪਣਾ ਜੀਵਨ ਚਰਿਆ ਰੱਖਣਾ ਚਾਹੀਦਾ ਦੇਖੋ ਇੱਕ ਅੱਛੀ ਬੈਲੈਂਸ ਡਾਈਟ ਜਿਸ 'ਚ ਕਿ ਆਪਾਂ ਹਰੀਆਂ ਸਬਜ਼ੀਆਂ ਕਰੀਏ ਫਾਸਟ ਫੂਡ ਤੋਂ ਦੂਰ ਰਹੀਏ 버ਗਰ ਪਿਜ਼ਾ ਜ਼ਰੂਰ ਪਸੰਦ ਨੇ ਸਭ ਨੂੰ ਯੰਗਸਟਰ ਨੂੰ ਤਾਂ ਬਹੁਤ ਪਸੰਦ ਨੇ ਬਟ ਕੋਸ਼ਿਸ਼ ਕਰੀਏ ਜੇ ਬਿਲਕੁਲ ਬੰਦ ਨਹੀਂ ਤਾਂ ਐਟਲੀਸਟ ਹਫਤੇ ਜਾਂ 2 ਹਫਤਿਆਂ 'ਚ ਇੱਕ ਵਾਰੀ ਰੱਖੀਏ ਬਜ਼ੁਰਗ ਵੀ ਘੱਟ ਨਹੀਂ ਹੈ ਸਰ ਬਿਲਕੁਲ ਜੀ ਬਿਲਕੁਲ ਸਾਰੇ ਤਾਂ ਉਹਦੇ ਨਾਲ ਐਕਸਰਸਾਈਜ਼ ਸਭ ਤੋਂ ਇੰਪੋਰਟੈਂਟ ਹੈਗੀ ਹੈ ਠੀਕ ਹੈ ਕੋਈ ਨਾ ਕੋਈ ਸਪੋਰਟ ਐਕਟੀਵਿਟੀ ਜਿਵੇਂ ਮੈਂ ਆਪ ਕ੍ਰਿਕਟ ਬਹੁਤ ਪਸੰਦ ਕਰਦਾ ਤਾਂ ਕੋਈ ਨਾ ਕੋਈ ਇੱਕ ਇਹੋ ਜਿਹੀ ਸਪੋਰਟ ਹੈ ਜਿਸ ਨੂੰ ਤੁਸੀਂ ਪਸੰਦ ਕਰਦੇ ਹੋ ਕਿਉਂਕਿ ਇਕੱਲਾ ਜਿਮ ਜੇ ਆਪਾਂ ਹਰ ਇੱਕ ਨੂੰ ਕਹਿ ਦਈਏ ਤਾਂ ਜਿਮ ਕਰ ਨਹੀਂ ਪਾਉਣਗੇ ਸਾਰੇ ਤਾਂ ਡੇਲੀ ਐਕਸਰਸਾਈਜ਼ ਵਾਕ ਸਾਈਕਲਿੰਗ ਕੁਛ ਵੀ ਕਰ ਲਈਏ ਡਾਇਟ ਦਾ ਕੰਟਰੋਲ ਰੱਖੀਏ 7 ਜਾਂ 8 PM ਤੋਂ ਬਾਅਦ ਬਹੁਤ ਜ਼ਿਆਦਾ ਹੈਵੀ ਕੁਛ ਨਾ ਖਾਈਏ ਸਾਲਟ ਇਨਟੇਕ 7-8 ਵਜੇ ਤੋਂ ਬਾਅਦ ਘੱਟ ਰੱਖੀਏ ਇਹਦੇ ਨਾਲ ਆਪਣੇ ਆਪ ਵੇਟ ਕੰਟਰੋਲ ਰਹੇਗਾ ਫਲੂਇਡਸ ਜ਼ਿਆਦਾ ਤੋਂ ਜ਼ਿਆਦਾ ਦਿਨ 'ਚ 3 ਤੋਂ 4 ਲੀਟਰ ਆਪਾਂ ਪਾਣੀ ਪੀਏ ਤਾਂ ਇਹ ਬੇਸਿਕ ਕੁਝ ਚੀਜ਼ਾਂ ਨੇ ਜੇ ਆਪਾਂ ਕਰੀਏ ਤਾਂ ਆਪਣੇ ਹੈਲਦੀ ਲਾਈਫ ਸਟਾਈਲ ਰਹੇਗਾ ਤਾਂ ਆਪਣੇ ਆਪ ਜੋੜਾਂ ਦੀ ਦਰਦਾਂ ਤੋਂ ਬਚੇ ਰਵਾਂਗੇ ਜੀ ਆਪਣੀ ਕੈਂਪੇਨ ਬਾਰੇ ਜ਼ਰੂਰ ਦੱਸੋ ਬਹੁਤ ਐਕਸਾਈਟਡ ਹਾਂ ਉਸ ਚੀਜ਼ ਲਈ ਜੀ ਦੇਖੋ ਅਸੀਂ ਨਾਗਪਲ ਹਸਪਤਾਲ ਦੇ ਵਿੱਚ ਹਰ ਸਾਲ 15 ਫਰਵਰੀ ਤੋਂ ਲੈ ਕੇ 15 ਮਾਰਚ ਦੇ ਵਿੱਚ ਇੱਕ ਸਪੈਸ਼ਲ ਕੈਂਪ ਲਗਾਉਂਦੇ ਹਾਂ ਜਿਸ ਕਿ ਅਸੀਂ ਇੱਥੇ ਹੀ ਪੇਸ਼ੈਂਟਸ ਨੂੰ ਚੈੱਕ ਕਰਦੇ ਹਾਂ ਇੱਥੇ ਹੀ ਆਪਰੇਟ ਕਰਦੇ ਹਾਂ ਜੋ ਬਾਕੀ ਟਾਈਮ ਦੌਰਾਨ ਅਸੀਂ ਸਾਰਾ ਆਪਰੇਟ ਕਰਦੇ ਹਾਂ ਇੰਪਲਾਂਟਸ ਯੂਜ਼ ਕਰਦੇ ਹਾਂ ਸਾਰਾ ਕੁਝ ਸੇਮ ਫੈਸਿਲਿਟੀਜ਼ ਹੈਗੀ ਹੈ ਸਿਰਫ ਨਾਰਮਲ ਪ੍ਰਾਈਸਿਸ ਨਾਲੋਂ ਅਰਾਊਂਡ 25 to 30,000 ਪਰ ਨੀ ਜਿਵੇਂ ਡਿਸਕਾਊਂਟ ਰਹਿੰਦਾ ਜੇ ਆਪਾਂ ਕਹੀਏ ਕਿ ਇੰਡੀਅਨ ਨੀਜ਼ ਦੇ ਨਾਲ ਸਿੰਪਲ ਆਪਣਾ ਨੀ ਰਿਪਲੇਸਮੈਂਟ ਸਾਰੀ 1 ਲੱਖ ਦੇ ਵਿੱਚ ਹੋ ਜਾਂਦੀ ਹੈ ਤੇ ਜੇ ਇੰਪੋਰਟਡ ਨੀ ਆਪਾਂ ਇੱਕ ਕਰ ਰਹੇ ਹੈਗੇ ਆ ਤਾਂ ਸਾਰਾ 1.10 ਦੇ ਵਿੱਚ ਹੋ ਜਾਂਦਾ ਹੈਗਾ ਜੇ ਕੰਪਿਊਟਰਾਈਜ਼ਡ ਆਪਾਂ ਨਾਲ ਐਡ ਅਪੋਨ ਕਰਨਾ ਚਾਹੁੰਦੇ ਆ ਤਾਂ ਉਹਦਾ 20,000 ਅਲੱਗ ਤੋਂ ਹੁੰਦਾ ਬਟ ਜਿਹੜਾ ਨਾਰਮਲ ਆਪਾਂ ਕਹਿ ਲਓ ਇੰਪੋਰਟਡ ਨੀ ਅਰਾਊਂਡ 140-150 ਦੀ ਰੇਂਜ ਹੁੰਦਾ ਸੀ ਉਹੀ ਚੀਜ਼ ਸੇਮ ਮੈਡੀਸਿਨ ਸੇਮ ਇੰਪਲਾਂਟ ਸੇਮ ਸਰਜਨ ਦੇ ਸੇਮ ਹਸਪੀਟਲ ਦੇ ਵਿੱਚ ਆਪਣਾ 1 ਲੱਖ 1.10 'ਚ ਹੋ ਸਕਦਾ ਕੰਪਿਊਟਰਾਈਜ਼ ਦੀ ਆਪਸ਼ਨ ਅਸੀਂ ਪੇਸ਼ੈਂਟ ਨੂੰ ਨਾਲ ਦਿੰਦੇ ਹਾਂ ਜੇ ਕੋਈ ਯੂਜ਼ ਕਰਨਾ ਚਾਹੇ ਤਾਂ 20,000 ਐਕਸਟਰਾ ਪੇ ਕਰਕੇ ਕੰਪਿਊਟਰਾਈਜ਼ਡ ਵੀ ਕਰਾ ਸਕਦਾ ਉਹ ਆਪਸ਼ਨਲ ਹੈ ਅਸੀਂ ਸੁਜੈਸਟ ਜ਼ਰੂਰ ਕਰਦੇ ਹਾਂ ਬਟ ਫਾਈਨਲ ਕਾਲ ਪੇਸ਼ੈਂਟ ਦੀ ਹੈ ਕਿ ਉਹਨਾਂ ਨੇ ਮੈਨੂਅਲ ਟੈਕਨੀਕ ਨਾਲ ਕਰਾਉਣਾ ਕਿ ਕੰਪਿਊਟਰ ਅਤੇ ਇਸ ਖਰਚੇ ਦੇ ਵਿੱਚ ਜਿਹੜਾ ਇੱਕ ਪ੍ਰਾਈਵੇਟ ਰੂਮ ਅਸੀਂ ਨਾਲ ਦਿੰਦੇ ਹੈਗੇ ਹਾਂ
ਜਿਹੜੀਆਂ ਸਾਰੀਆਂ ਦਵਾਈਆਂ ਹਸਪੀਟਲ ਦੇ ਸਟੇ ਦੇ ਵਿੱਚ ਲੱਗਦੀਆਂ ਉਹ ਵੀ ਵਿੱਚ ਹੀ ਨੇ। ਤੇ ਇਹਦੇ ਨਾਲ ਨਾਲ ਜਿਹੜੇ ਸਾਰੇ ਬਲੱਡ ਟੈਸਟ ਆਪਣੇ ਹਸਪੀਟਲ ਤੋਂ ਮਤਲਬ ਆਪਰੇਸ਼ਨ ਤੋਂ ਪਹਿਲੇ ਤੇ ਹਸਪੀਟਲ ਦੇ ਦੌਰਾਨ ਹੁੰਦੇ ਨੇ ਉਹ ਵੀ ਸਾਰੇ ਇਹਦੇ ਵਿੱਚ ਹੀ ਨੇ। ਫਿਜ਼ੀਓਥੈਰੇਪੀ ਕੇਅਰ ਜਿਹੜੀ ਅਸੀਂ ਇਸ ਦੌਰਾਨ ਦਿੰਦੇ ਆ ਉਹ ਵੀ ਸਾਰੀ ਵਿੱਚ ਹੀ ਹੈ। ਤਾਂ ਮਤਲਬ ਐਡਮਿਸ਼ਨ ਤੋਂ ਲੈ ਕੇ ਛੁੱਟੀ ਤੱਕ ਦਾ ਖਰਚਾ ਸਾਰਾ ਇੱਕ 10 ਦੇ ਵਿੱਚ ਹੋ ਜਾਂਦਾ ਹੈਗਾ। ਤਾਂ ਮਤਲਬ ਇਹ ਮੋਸਟਲੀ ਅਸੀਂ ਜਦੋਂ 15 ਫਰਵਰੀ ਤੋਂ 15 ਮਾਰਚ ਕਰਦੇ ਹੈਗੇ ਆ। ਜੇ ਕੋਈ ਬਾਈ ਚਾਂਸ ਇਸ ਦੌਰਾਨ ਨਹੀਂ ਕਰਾ ਪਾਉਂਦਾ ਤਾਂ ਉਹਦੇ ਕੋਲ ਆਪਸ਼ਨ ਹੁੰਦੀ ਹੈ ਕਿ 10,000 ਪਰ ਨੀ ਆਪਣਾ ਬੁਕਿੰਗ ਅਮਾਊਂਟ ਦੇ ਕੇ 2022 ਦੇ ਵਿੱਚ ਜਦੋਂ ਮਰਜ਼ੀ ਇਸੇ ਕੀਮਤ ਤੇ ਕਰਾ ਸਕੇ ਆਪਣਾ। ਜੀ ਤੁਸੀਂ ਸੁਣਿਆ ਦਰਸ਼ਕੋ ਕਿ ਕੈਂਪ ਚੱਲ ਰਿਹਾ ਹੈ, ਡਿਸਕਾਊਂਟ ਵੀ ਚੱਲ ਰਿਹਾ ਹੈ। ਜੇ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ ਨੀ ਨੂੰ ਲੈ ਕੇ, ਹਿਪ ਪੇਨ ਨੂੰ ਲੈ ਕੇ, ਰਿਪਲੇਸਮੈਂਟ ਤੁਸੀਂ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਨਾਗਪਾਲ ਹਸਪੀਟਲ ਬਠਿੰਡਾ ਵਿਜ਼ਿਟ ਜ਼ਰੂਰ ਕਰਿਓ। ਅਸੀਂ ਇਸ ਤਰ੍ਹਾਂ ਦੇ ਹੋਰ ਪ੍ਰੋਗਰਾਮਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ, ਪਰ ਫਿਲਹਾਲ ਦੇ ਲਈ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।